ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਵਾਹਿਗੁਰੂ ਸਾਹਿਬ ਜੀਓ ਦੋਹਰਾ ਪੱਟੀ ਕੇ ਦੋਏ ਚੌਧਰੀ ਢਿੱਲੋ ਲਾਲ ਲੰਗਾਹ ਕਰੀ ਆਨ ਕਰ ਬੰਦਨਾ
ਸ਼੍ਰੀ ਗੁਰ ਅਰਜਨ ਪਾਹੇ। ਪੱਟੀ ਕੇ ਦੋਇ ਚੌਧਰੀ, ਢਿੱਲੋ ਲਾਲ ਲੰਗਾਹਾ। ਕਰੀ ਆਨ ਕਰ ਬੰਦਨਾ, ਸ਼੍ਰੀ ਗੁਰ ਅਰਜਨ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ। ਜਹਰਾ ਜਹੂਰ। ਦੀਨਾ ਬੰਧੂ ਭਗਤ ਵਛਲ, ਦਸ ਪਾਤਸ਼ਾਹੀਓ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ, ਨਿਹਚਲ ਚੌਰ ਛਤਰ ਤਖਤ ਕੇ ਮਾਲਕ, ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਸਤਿਗੁਰਾਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਕਰਕੇ ਗਰੀਬ ਨਵਾਜ ਦੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੀ ਮਿਹਰਾਮਤ ਸਦਕਾ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਕੜੀਆਂ ਦਾ ਇਹ ਆਨੰਦ ਆਪਾਂ ਨਿਤਾ ਪ੍ਰਤੀ ਮਾਣਦੇ ਹਾਂ। ਲੜੀਵਾਰ ਰੂਪ ਅੰਦਰ ਪਾਵਨ ਪਵਿੱਤਰ ਗੁਰ ਇਤਿਹਾਸ ਦੀ ਅੰਮ੍ਰਿਤ ਰੂਪ ਗਾਥਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅੰਦਰ ਜੋ ਜੋ ਵੀ ਗੁਰੂ ਸਾਹਿਬਾਨਾਂ ਦੀ ਸੋਭਾ ਸਿਫਤ ਸਲਾਘਾ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਅੰਕਿਤ ਕੀਤੀ ਲਿਖੀ ਹੈ। ਆਪਾਂ ਕ੍ਰਮਵਾਰ ਉਹ ਸਾਰੀ ਕਥਾ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀਆਂ ਤੋਂ ਲੈ ਕਰਕੇ ਤੇ ਬਹੁਤ ਲੰਮੇ ਸਮੇਂ ਬਾਅਦ ਅੱਜ ਵਰਤਮਾਨ ਸਮੇਂ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਦੇ ਪਵਿੱਤਰ ਜੀਵਨ ਪ੍ਰਸੰਗ ਆਪਾਂ ਸੁਣ ਰਹੇ ਹਾਂ। ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪਾਂ ਸ਼ਰਵਣ ਕੀਤਾ ਹੈ ਕਿ ਪਾਵਨ ਪਵਿੱਤਰ ਅੰਮ੍ਰਿਤ ਸਰੋਵਰ ਦੀ ਸੇਵਾ ਪੂਰੀ ਹੋਈ। ਚਾਰ ਚਫੇਰਾ ਪੌੜੀਆਂ ਸਭ ਪੱਕੀਆਂ ਹੋਈਆਂ, ਵਿੱਚ ਜਲ ਭਰਿਆ ਗਿਆ। ਤੋ ਜਦੋਂ ਪੌੜੀਆਂ ਪੱਕ ਚੁੱਕੀਆਂ ਸਨ, ਸਾਰਾ ਚਫੇਰਾ ਪੱਕਾ ਹੋਇਆ ਸੀ, ਤੇ ਉਦੋਂ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਹੁਕਮ ਸਦਕਾ ਜਿੱਥੇ ਹਰਿਮੰਦਰ ਸਾਹਿਬ ਦਾ ਸਥਾਨ ਹੈ, ਇਹਦਾ ਹੇਠਾਂ ਥੜਾ ਬਣ ਚੁੱਕਾ ਸੀ ਸਾਰਾ, ਜਿੱਥੇ ਹੁਣ ਆਪਾਂ ਫਰਸ਼ ਬੈਠਦੇ ਹਾਂ, ਵੀ ਇੰਨਾ ਉੱਚਾ ਭਾਵ ਕਿ ਅੰਮ੍ਰਿਤਸਰ ਸਰੋਵਰ ਦੇ ਜਲ ਦੇ ਲੈਵਲ ਤੋਂ ਕੁਝ ਉੱਚਾ ਜਿਹੜਾ ਹੈ ਇਹ ਥੜਾ ਉਹ ਬਣ ਚੁੱਕਾ ਹੈ। ਫਿਰ ਸੱਚੇ ਪਾਤਸ਼ਾਹ ਜੀਆਂ ਨਗਰ ਵੱਲ ਧਿਆਨ ਦਿੱਤਾ। ਬੇਅੰਤ ਪਾਸਿਓਂ ਆਸਿਓਂ ਸਿੱਖ ਸੰਗਤਾਂ ਪਰਿਵਾਰਾਂ ਸਮੇਤ ਅੰਮ੍ਰਿਤਸਰ ਸਾਹਿਬ ਪਵਿੱਤਰ ਨਗਰੀ ਵਿੱਚ ਆਣ ਕੇ ਵਾਸਾ ਕਰਨ ਲੱਗੇ ਹੈ। ਤੇ ਗੁਰੂ ਕੇ ਬਾਜ਼ਾਰ ਵਾਲਾ ਥਾਂ ਸਤ ਸੰਗਤ ਜੀ ਬਣਨਾ ਆਰੰਭ ਹੋਇਆ। ਇਸ ਤਰ੍ਹਾਂ ਸਮਾਂ ਬੀਤਦਾ ਗਿਆ, ਅੰਮ੍ਰਿਤਸਰ ਸਾਹਿਬ ਦੀ ਵਸੋਂ ਵਧਣ ਲੱਗੀ। ਮਹਾਰਾਜ ਨੇ ਬੜੇ ਮਹਿਮਾ ਭਰੇ ਬਚਨ ਇਸ ਅੰਮ੍ਰਿਤਸਰ ਸ਼ਹਿਰ ਨੂੰ, ਇਸ ਪਵਿੱਤਰ ਨਗਰ ਨੂੰ, ਪਵਿੱਤਰ ਸਰੋਵਰ ਨੂੰ ਬਖਸ਼ਿਸ਼ ਕੀਤੇ।
ਮਹਾਰਾਜ ਦੇ ਮੁਖੋਂ ਇਸ ਪਵਿੱਤਰ ਸਥਾਨ ਦੀ ਸ਼ੋਭਾ ਸੁਣ ਸੁਣ ਕੇ ਹੋਰ ਵੀ ਜਾਤਾਂ ਦੇ 52 ਜਾਤਾਂ ਦੇ ਖਾਲਸਾ ਜੀ, ਜਿਹੜੇ ਕਿਰਤਦਾਰ ਵਪਾਰੀ ਲੋਕ ਤੋਂ ਆਦਿ ਸਾਰੇ ਖਿੱਤਿਆਂ ਦੇ ਲੋਕ ਇੱਥੇ ਆ ਕੇ ਵਸਣੇ ਸ਼ੁਰੂ ਹੋਏ। ਦੁਕਾਨਾਂ ਪਾਈਆਂ। ਕੁਝ ਦਿਨ ਪਏ, ਦੁਕਾਨਾਂ ਨਾ ਚੱਲੇ ਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਦੇ ਚਰਨੀ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੀ, ਇੱਕ ਤਾਂ ਸਾਨੂੰ ਨਾਲ ਦੇ ਸ਼ਹਿਰਾਂ ਦੇ ਲੋਕ ਜਿਹੜੇ ਆ ਉਹ ਸਾਡਾ ਮਖੌਲ ਠੱਠਾ ਉਡਾਉਂਦੇ ਆ। ਉਹ ਕਹਿੰਦੇ ਸੋਹਣਾ ਆਪਦਾ ਨਗਰ ਛੱਡ ਕੇ ਤੁਸੀਂ ਅੰਮ੍ਰਿਤਸਰ ਸਾਹਿਬ ਵਸਣ ਵਾਸਤੇ ਚੱਲੇ ਹੋ, ਜਿੱਥੇ ਉਹ ਤਾਂ ਨੀਵਾਂ ਥਾਂ ਆ। ਵਰਖਾ ਰੁੱਤ ਸਾਉਣ ਭਾਦਰੋਂ ਦੇ ਮਹੀਨੇ ਆਉਣ ਤੇ ਪਾਸੇ ਆਸੇ ਦਾ ਬੜਾ ਪਾਣੀ ਜਿਹੜਾ ਉਹ ਇੱਥੇ ਆ ਕੇ ਖੜਾ ਹੋ ਜਾਂਦਾ ਤੇ ਇਹ ਨਗਰ ਨਹੀਂ ਵਸਣਾ। ਬੇਸ਼ੱਕ ਤੁਸੀਂ ਉੱਥੇ ਜਾ ਕੇ ਘਰ ਪਾ ਲਓ, ਪਰ ਕੁਝ ਸਮੇਂ 'ਚ ਹੀ ਘਰ ਤੁਹਾਡੇ ਢਹਿ ਜਾਣੇ ਆ, ਕਿਉਂਕਿ ਨੀਵਾਂ ਥਾਂ ਹੈ। ਇੱਕ ਮਹਾਰਾਜ ਇਹ ਬੇਨਤੀ ਹੈ ਤੇ ਇੱਕ ਮਹਾਰਾਜ ਮਨ ਵਿੱਚ ਸੰਸ਼ਾ ਵੀ, ਦੁਕਾਨਾਂ ਪਾਇਆਂ ਨੂੰ ਬੜਾ ਸਮਾਂ ਹੋ ਗਿਆ ਸੱਚੇ ਪਾਤਸ਼ਾਹ ਜੀ, ਪਰ ਵਪਾਰ ਸ਼ੁਰੂ ਨਹੀਂ ਕੋਈ ਹੋ ਰਿਹਾ, ਧੰਦਾ ਬੜਾ ਮੰਦਾ ਹੈ। ਕੀ ਕਰਾਂਗੇ ਮਹਾਰਾਜ, ਪਰਿਵਾਰਾਂ ਸਮੇਤ ਇੱਥੇ ਆ ਕੇ ਬੈਠੇ ਹਾਂ ਤੇ ਪਰਿਵਾਰਾਂ ਦੀ ਰੋਜੀ ਰੋਟੀ ਦਾ ਕੀ ਬਣੇਗਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਇਹਨਾਂ ਦੇ ਸੰਸੇ ਨਿਵਰਤ ਕੀਤੇ। ਆਖਿਆ ਜਿਵੇਂ ਅੰਮ੍ਰਿਤਸਰ ਸਾਹਿਬ ਦੀ ਨਿਵਾਣ ਦੀ ਗੱਲ ਚੱਲਦੀ ਆ, ਜਿਵੇਂ ਪਾਣੀ ਆਉਂਦਾ ਨਾ ਨੀਵੇਂ ਥਾਂ ਨੂੰ, ਇਸ ਤਰ੍ਹਾਂ ਇਸ ਪਵਿੱਤਰ ਨਗਰ ਵਿੱਚ ਲక్ష్ਮੀ ਆਇਆ ਕਰੇਗੀ। ਜਿਵੇਂ ਪਾਣੀ ਨੀਵੇਂ ਥਾਂ ਨੂੰ ਉਮੜਿਆ ਆਉਂਦਾ, ਲక్ష్ਮੀ ਇਸ ਤਰ੍ਹਾਂ ਆਵੇਗੀ। ਤੇ ਜਿਹੜੇ ਲੋਕ ਕਹਿੰਦੇ ਆ ਨਾ ਨਗਰ ਵਸਣਾ ਨਹੀਂ, ਜਦੋਂ ਇਹ ਨਗਰ ਵਸੇਗਾ ਤੇ ਉਦੋਂ ਤੁਹਾਨੂੰ ਸੌਖਿਆਂ ਵੇਖ ਕੇ, ਤੁਹਾਡੇ ਸੁੱਖ ਨੂੰ ਵੇਖ ਵੇਖ ਕੇ ਉਹ ਸੜਿਆ ਕਰਨਗੇ ਤੇ ਪਛਤਾਉਣਗੇ ਵੀ ਅਸੀਂ ਵੀ ਕਿਉਂ ਨਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਦੋਂ ਜ਼ਮੀਨ ਲੈ ਲਈ, ਅਸੀਂ ਕਿਉਂ ਨਾ ਉਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਰਹਿਣ ਲੱਗ ਪਏ, ਅੱਜ ਅਸੀਂ ਵੀ ਆਨੰਦ ਮਾਣਦੇ। ਤੇ ਰਹੀ ਗੱਲ ਮਹਾਰਾਜ ਕਹਿੰਦੇ ਵਪਾਰ ਦੀ, ਭਾਈ ਅੰਮ੍ਰਿਤ ਵੇਲਾ ਸਾਂਭੋ, ਅੰਮ੍ਰਿਤ ਵੇਲੇ ਜਾਗਿਆ ਕਰੋ, ਇਸ਼ਨਾਨ ਕਰ, ਬਾਣੀ ਪੜ੍ਹ ਕੇ ਸ਼ਬਦ ਦਾ ਆਸਰਾ ਲੈ ਕੇ ਹਰਿਮੰਦਰ ਸਾਹਿਬ ਦੇ ਪਾਵਨ ਸਥਾਨ ਵਿੱਚ ਆ ਕੇ ਸਜਿਆ ਕਰੋ। ਫਿਰ ਖਾਲੀ ਹੱਥ ਨਹੀਂ ਜੇ ਆਉਣਾ, ਕੁਝ ਲੈ ਕੇ ਆਉਣਾ ਹੈ। ਤੇ ਇੱਥੇ ਕੀਰਤਨ ਸੁਣਨ ਤੋਂ ਬਾਅਦ, ਬਾਣੀ ਪੜ੍ਹਨ ਸੁਣਨ ਤੋਂ ਬਾਅਦ ਫਿਰ ਜਾ ਕਰਕੇ ਆਪਣਾ ਕੋਈ ਕਾਰੋਬਾਰ ਕਰਨਾ, ਹੱਟਾਂ ਖੋਲ੍ਹਣੀਆਂ ਹਨ। ਤੇ ਵੇਖਿਓ ਫਿਰ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦਇਆ ਕਰਦੇ, ਸ਼ਾਮ ਨੂੰ ਵੀ ਇੱਦਾਂ ਹੀ ਕਰਨਾ। ਤੋ ਸਾਧ ਸੰਗਤ ਦੀ ਉਹਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸਿੱਖਿਆ ਮੰਨੀ, ਨਿਤਾ ਪ੍ਰਤੀ ਬਹੁਤ ਸ਼ਰਧਾ ਭਾਵਨਾ ਨਾਲ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਦੁਕਾਨਾਂ ਖੋਲ੍ਹਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀਆਂ ਦੇ ਦਰ ਘਰ ਵਿੱਚ ਹਾਜ਼ਰੀ ਲਵਾਉਣ ਲੱਗੇ। ਰਿੱਧੀਆਂ ਸਿੱਧੀਆਂ ਨਿੱਧੀਆਂ ਸਾਧ ਸੰਗਤ ਜੀ ਸਾਰੀਆਂ ਨਾਮ ਤੋਂ ਥੱਲੇ ਹੈ। ਤੇ ਜਿਹੜਾ ਪ੍ਰਾਣੀ ਨਾਮ ਜਪਣ ਲੱਗ ਪੈਂਦਾ ਹੈ, ਰਿੱਧੀਆਂ ਸਿੱਧੀਆਂ ਨਿੱਧੀਆਂ ਸਾਰੀਆਂ ਉਹਦਾ ਫਿਰ ਪਿੱਛਾ ਕਰਦੀਆਂ ਹਨ। ਜਿਵੇਂ ਪਰਛਾਵਾਂ ਖਹਿੜਾ ਨਹੀਂ ਛੱਡਦਾ, ਨਾਮ ਰਸੀਏ ਨਾਮ ਹੀ ਮਾਇਆ ਵੱਲ ਖਾਲਸਾ ਜੀ ਧਿਆਨ ਦੇਣ ਤਾਂ ਵੀ ਉਹ ਮਾਇਆ ਉਹਨਾਂ ਦਾ ਖਹਿੜਾ ਨਹੀਂ ਛੱਡਦੀ, ਪਿੱਛੇ ਪਿੱਛੇ ਲੱਗੀ ਰਹਿੰਦੀ ਹੈ। ਮਹਾਰਾਜ ਦੀ ਸਿੱਖਿਆ ਪ੍ਰਾਪਤ ਕਰਕੇ ਫਿਰ ਸਾਧ ਸੰਗਤ ਜੀ ਉਵੇਂ ਗੁਰਮੁਖਾਂ ਵਾਲੀ ਕਿਰਤ ਬਿਰਤ ਕਰਨ ਲੱਗੇ। ਸੋਹਣੇ ਇਹਨਾਂ ਦੇ ਕਾਰੋਬਾਰ ਚੱਲੇ। ਉਹ ਹੁਣ ਤੀਕਰ ਵੀ ਉਵੇਂ ਸੀਨਾ ਬਸੀਨਾ ਚੱਲਦਾ ਆਉਂਦਾ। ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਜਿੰਨੇ ਵਪਾਰੀ ਲੋਕ ਹੈ, ਇਹ ਹੁਣ ਤੀਕਰ ਵੀ ਖਾਲਸਾ ਜੀ ਅੰਮ੍ਰਿਤ ਵੇਲੇ ਪਹਿਲਾਂ ਹਰਿਮੰਦਰ ਸਾਹਿਬ ਹਾਜ਼ਰੀ ਲਵਾ ਕੇ ਜਾਂਦੇ ਹੈ। ਕੋਈ ਫੁੱਲਾਂ ਦੀ ਮਾਲਾ ਭੇਂਟ ਕਰਦਾ, ਕੋਈ ਮਾਇਆ ਭੇਂਟ ਕਰਦਾ, ਕੋਈ ਪ੍ਰਸਾਦ ਭੇਂਟ ਕਰਦਾ।
ਤੇ ਫਿਰ ਜਾ ਕਰਕੇ ਆਪਣਾ ਕੋਈ ਕਾਰੋਬਾਰ ਆਰੰਭ ਕਰਦੇ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਵਰਦਾਨ ਹੁਣ ਤੀਕਰ ਉਸੇ ਤਰ੍ਹਾਂ ਵਰਤ ਰਹੇ ਆ ਤੇ ਬਹੁਤ ਅਮੀਰ ਸ਼ਹਿਰਾਂ ਵਿੱਚ ਅੰਮ੍ਰਿਤਸਰ ਸਾਹਿਬ ਦਾ ਪਵਿੱਤਰ ਨਾਮ ਆਉਂਦਾ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸੁਣੀ ਹੈ। ਯਾਨੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਣਾਇਆ ਹੈ ਸਾਨੂੰ ਵੀ ਅੰਮ੍ਰਿਤ ਵੇਲਾ ਔਰ ਨਾਮ ਜਪਣਾ, ਗੁਰੂ ਘਰ ਗੁਰੂ ਮਹਾਰਾਜ ਦੇ ਦਰਸ਼ਨ ਕਰਨੇ, ਇਹੋ ਜਿਹੇ ਜਿਹੜੇ ਗੁਰਮੁਖ ਗੁਰਸਿੱਖ ਪਿਆਰੇ ਆ ਉਹਨਾਂ ਦੇ ਪਰਿਵਾਰਾਂ ਦੀ ਫਿਕਰ ਫਿਰ ਸਤਿਗੁਰਾਂ ਨੂੰ ਹੈ। ਮਹਾਰਾਜ ਆਪੇ ਹੀ ਹੀਲੇ ਨਾਲ ਵਸੀਲਾ ਬਣਾ ਕੇ ਤੇ ਉਹ ਆਪਦੇ ਜਾਣ ਕੇ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪ੍ਰਤਪਾਲਨਾ ਕਰਦੇ ਹੈ। ਅੱਗੇ ਜਥਾ ਪ੍ਰਸੰਗ ਆਉਂਦਾ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਘਰ ਦੇ ਮਸੰਦ ਜਿੰਨੇ ਸਿੱਖ ਹਨ ਉਹਨਾਂ ਦੀ ਕਥਾ ਕੁਝ ਰਹਿੰਦੀ ਆ ਰਹੀ ਹੈ। ਸੁਣੀਏ ਜੀ। ਚਿੱਤ ਬਿਰਤੀ ਇਕਾਗਰ ਕਰੋ, ਸਤਿਗੁਰਾਂ ਨੂੰ ਹਿਰਦੇ ਵਸਾਓ, ਰਸਨਾ ਕਰੋ ਜੀ ਪਵਿੱਤਰ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੱਟੀ ਕੇ ਦੋਏ ਚੌਧਰੀ। ਤੋ ਕਵੀ ਜੀ ਅੱਗੇ ਦੱਸਦੇ ਹੈ ਕਿ ਪੱਟੀ ਨਗਰ ਜਿਹੜਾ ਮਾਝੇ ਵਿੱਚ ਹੈ, ਮਾਝੇ ਦੇ ਪੱਟੀ ਨਗਰ ਦੇ ਦੋ ਚੌਧਰੀ ਹਨ। ਢਿੱਲੋਂ ਲਾਲ ਲੰਗਾਹ। ਢਿੱਲੋਂ ਜਿਨ੍ਹਾਂ ਦੀ ਗੋਤ ਹੈ, ਭਾਈ ਲਾਲ ਜੀ ਤੇ ਭਾਈ ਲੰਗਾਹ ਜੀ ਜਿਨ੍ਹਾਂ ਦੇ ਨਾਮ ਹਨ। ਕਰੀ ਆਨ ਕਰ ਬੰਦਨਾ। ਇਹ ਦੋਵੇਂ ਚੌਧਰੀ ਭਾਈ ਲਾਲ ਜੀ, ਭਾਈ ਲੰਗਾਹ ਜੀ, ਇਹ ਵੀ ਅੰਮ੍ਰਿਤਸਰ ਸਾਹਿਬ ਮਹਾਰਾਜ ਦੀ ਸੋਭਾ ਸੁਣ ਕੇ ਪਹੁੰਚੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ। ਸ਼੍ਰੀ ਗੁਰ ਅਰਜਨ ਪਾਹੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨੀ ਲੱਗੇ ਹੈ। ਚੌਪਈ ਸ਼੍ਰੀ ਅੰਮ੍ਰਿਤਸਰ ਮਹਿਮਾ ਸੁਣੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੇਨਤੀ ਕਰਦੇ, ਸੱਚੇ ਪਾਤਸ਼ਾਹ ਜੀ ਮਹਾਰਾਜ ਅਸੀਂ ਅੰਮ੍ਰਿਤਸਰ ਸਾਹਿਬ ਪਾਵਨ ਪਵਿੱਤਰ ਸਥਾਨ ਦੀ ਤੁਹਾਡੇ ਦਰ ਘਰ ਦੀ ਨਗਰ ਦੀ ਬੜੀ ਸੋਭਾ ਸੁਣੀ ਹੈ। ਸ਼੍ਰੀ ਮੁਖ ਤੇ ਸਭ ਮਹਿਮ ਭਨੀ। ਹੇ ਸੱਚੇ ਪਾਤਸ਼ਾਹ ਜੀ ਤੁਸੀਂ ਸਾਰਿਆਂ ਦੇ ਵਿੱਚ ਅਕਸਰ ਹੀ ਇਹ ਅੰਮ੍ਰਿਤਸਰ ਸਾਹਿਬ ਦੀ, ਹਰਿਮੰਦਰ ਸਾਹਿਬ ਦੀ ਸੋਭਾ ਦੱਸਦੇ ਹੋ, ਸਭ ਸਿੱਖਾਂ ਨੂੰ ਇਸ ਤਰ੍ਹਾਂ ਆਖਦੇ ਹੋ। ਕਾਰ ਨਿਕਾਰ ਹੈ ਹੋਏ ਉਬਾਰ। ਵੀ ਜਿਹੜਾ ਇਹ ਅੰਮ੍ਰਿਤ ਸਰੋਵਰ ਦੀ ਸੇਵਾ ਕਰੇਗਾ, ਗਾਰਾ ਕੱਢਣ ਦੀ, ਮਿੱਟੀ ਕੱਢਣ ਦੀ, ਇਸ ਤੋਂ ਆਦਿਕ ਹੋਰ ਕੋਈ ਸੇਵਾ ਕਰੇਗਾ, ਉਹ ਉਬਾਰ ਕਈ ਉਹਦਾ ਉਧਾਰਾ ਹੋ ਜਾਵੇਗਾ, ਸੰਸਾਰ ਤੋਂ ਉਧਰ ਜਾਵੇਗਾ। ਧਨ ਲਾਏ ਹੋਏ ਬੰਸ ਉਧਾਰ। ਤੇ ਜਿਹੜਾ ਇਸ ਪਾਵਨ ਪਵਿੱਤਰ ਸਥਾਨ ਤੇ ਧਨ ਲਾਵੇਗਾ, ਮਾਇਆ ਕਰਕੇ ਸੇਵਾ ਕਰੇਗਾ, ਉਹਦੀ ਵੰਸ ਬਹੁਤ ਵੱਧ ਫੁੱਲ ਜਾਵੇਗੀ। ਕੁਲਾਂ ਦੇ ਕੁਲਾਂ ਅੱਗੇ ਦੇ ਅੱਗੇ ਬੜੀਆਂ ਵਧਣਗੀਆਂ। ਕਰਹਿ ਸੁਪਾਨ ਚਿਨਾਵਨ ਜੋਏ। ਤੇ ਜਿਹੜਾ ਪੌੜੀਆਂ ਦੀ ਸੇਵਾ ਕਰੇਗਾ, ਗੁਰੂ ਘਰ ਅੰਮ੍ਰਿਤ ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਵਾਉਣ ਦੀ ਸੇਵਾ ਕਰੇਗਾ। ਅਬ ਚਲਨੀ ਵ ਤਾਹੇ ਕੀ ਹੋਏ। ਤੇ ਜਿਵੇਂ ਪੌੜੀਆਂ ਪੱਕੀਆਂ ਹੋਣਗੀਆਂ, ਉਹਦੀ ਨੀਂਹ ਭਾਈ ਪੱਕੀ ਹੋਵੇਗੀ, ਸੀਨਾ ਬਸੀਨਾ ਉਹਨਾਂ ਦੀ ਪੀੜ੍ਹੀ ਚੱਲਿਆ ਕਰੇਗੀ। ਮਾਨ ਸਰੋਵਰ ਜਥਾ ਬਿਰਾਜਾ। ਤੇ ਇਹ ਅੰਮ੍ਰਿਤਸਰ ਸਾਹਿਬ ਦਾ ਪਾਵਨ ਹਰਿਮੰਦਰ ਸਾਹਿਬ ਸਥਾਨ ਇਸ ਤਰ੍ਹਾਂ ਸ਼ੋਭਾ ਪਾਉਂਦਾ ਹੈ ਜਿਵੇਂ ਮਾਨ ਸਰੋਵਰ ਦੇ ਵਿੱਚ ਹਰਿਮੰਦਰ ਵਿੱਚ ਬਣਹਿ ਜਹਾਜਾ। ਹਰਿਮੰਦਰ ਸਾਹਿਬ ਜਹਾਜ਼, ਜਿਵੇਂ ਭਾਵ ਮਾਨ ਸਰੋਵਰ ਦੇ ਵਿੱਚ ਜਿਵੇਂ ਕੋਈ ਜਹਾਜ਼ ਖੜਾ ਹੋਵੇ, ਅੰਮ੍ਰਿਤਸਰ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਇਸ ਤਰ੍ਹਾਂ ਸ਼ੋਭਾ ਪਾਉਂਦਾ ਹੈ। ਸ਼ਰਧਾ ਸਹਿਤ ਕਰਹਿ ਇਸ਼ਨਾਨ। ਤੇ ਜਿਹੜੇ ਵੀ ਮਾਈ ਭਾਈ ਸ਼ਰਧਾ ਦੇ ਸਹਿਤ ਇੱਥੇ ਇਸ਼ਨਾਨ ਕਰਨਗੇ ਪਵਿੱਤਰ ਸਰੋਵਰ ਦਾ, ਪਾਪ ਮਿਟਹਿ ਪ੍ਰਾਪਤ ਕਲਿਆਣ। ਤੇ ਉਹਦੇ ਪਾਪ ਨਾਸ਼ ਹੋਣਗੇ ਤੇ ਕਲਿਆਣ ਦੀ ਪ੍ਰਾਪਤੀ ਹੋਵੇਗੀ, ਮੁਕਤੀ ਦੀ ਦਾਤ ਪ੍ਰਾਪਤ ਹੋਵੇਗੀ। ਹਰਿਮੰਦਰ ਮਹਿ ਸ਼ਬਦ ਸੁਨਹਿ। ਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਥਾਨ ਵਿੱਚ ਜਿਹੜਾ ਬੈਠ ਕੇ ਸ਼ਬਦ ਸੁਣੇਗਾ, ਕੀਰਤਨ ਸੁਣੇਗਾ, ਗੁਰਬਾਣੀ ਪੜ੍ਹੇ ਸੁਣੇਗਾ,
ਜਨਮ ਜਨਮ ਕੇ ਪਾਪਨ ਹਨ ਹੈ। ਉਹਦੇ ਜਨਮਾਂ ਜਨਮਾਂਤਰਾਂ ਦੇ ਸਾਰੇ ਪਾਪ ਨਾਸ਼ ਹੋ ਜਾਵਣਗੇ ਉਪਜੈ ਭਗਤ ਗਿਆਨ ਕੋ ਤੇ ਪਾਵੈ। ਉਹਦੇ ਹਿਰਦੇ ਵਿੱਚ ਭਗਤੀ ਪੈਦਾ ਹੋਵੇਗੀ ਤੇ ਬ੍ਰਹਮ ਗਿਆਨ ਦੀ ਦਾਤ ਉਹਨੂੰ ਇਸ ਦਰ ਘਰ ਵਿੱਚੋਂ ਮਿਲੇਗੀ। ਆਵਨ ਜਾਨੋ ਜਗਤ ਮਿਟਾਵੈ। ਸੰਸਾਰ ਦੇ ਵਿੱਚ ਜਿਹੜਾ ਆਉਣਾ ਜਾਣਾ ਲੱਗਿਆ ਕਰਮਾਂ ਕਰਕੇ ਜੀਵਾਂ ਨੂੰ, ਉਹ ਆਉਣਾ ਜਾਣਾ ਸਾਰਾ ਜਿਹੜਾ ਮਿਟ ਜਾਵੇਗਾ, ਜੰਮਣ ਮਰਨ ਨਾਸ਼ ਹੋ ਜਾਵੇਗਾ। ਸੁਣ ਕਰ ਲੱਗੇ ਕਾਰ ਕੋ ਕਰਨੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਨਾ ਸਾਧ ਸੰਗਤ ਜੀ, ਬੜੀ ਸੰਗਤ ਇੱਥੇ ਸੇਵਾ ਕਰਨ ਆਉਂਦੀ ਹੈ। ਭਾਈ ਲਾਲ ਜੀ, ਭਾਈ ਲੰਗਾ ਜੀ, ਇਹ ਵੀ ਬੜੀ ਸ਼ਰਧਾ ਦੇ ਨਾਲ ਇੱਥੇ ਸੇਵਾ ਕਰਦੇ, ਮਹਾਰਾਜ ਦੇ ਵਰਦਾਨ ਸੁਣ ਕਰਕੇ। ਖਨਹਿ ਪੋਟ ਸਿਰ ਪਰ ਕਰ ਧਰਨੇ। ਤੇ ਇਸ ਤਰ੍ਹਾਂ ਜਿਵੇਂ ਉਹ ਪੱਟਦੇ ਆ ਮਿੱਟੀ ਆਦਿਕ, ਉਹ ਪੱਟਣ ਦੀ ਸੇਵਾ ਕਰਦੇ ਆ, ਜਾਂ ਕੋਈ ਪਾਂਡਾ ਆਦਿਕ ਜਿਹੜੀਆਂ ਚੁੱਕਣ ਵਾਸਤੇ, ਕੋਈ ਘਾਹ ਦੀਆਂ ਉਹਦੇ ਆਵਿਆਂ ਵਿੱਚ ਪਾਉਣ ਵਾਸਤੇ ਕੱਖਾਂ ਦੀਆਂ ਪੰਡਾਂ ਚੁੱਕਦੇ ਆ। ਧਨ ਕੋ ਦੀਨ ਮਜੂਰ ਲਗਾਏ। ਤੇ ਕੁਝ ਜਿਹੜੇ ਸਿੱਖ ਆ ਨਾ, ਜਿਹੜੇ ਆਪ ਨਹੀਂ ਸੇਵਾ ਕਰ ਸਕਦੇ, ਉਹਨਾਂ ਨੇ ਮਾਇਆ ਖਰਚ ਕਰਕੇ ਤੇ ਦਿਹਾੜੀਏ ਜਿਨ੍ਹਾਂ ਨੂੰ ਕਹਿੰਦੇ ਮਜ਼ਦੂਰ, ਉਹ ਮਹਾਰਾਜ ਦੇ ਘਰ ਸੇਵਾ ਲਾਏ ਹਨ। ਦਿਨ ਪ੍ਰਤ ਸ਼ਰਧਾ ਔਰ ਅਧਿਕਾਏ। ਤੇ ਦਿਨ ਪ੍ਰਾਤ ਦਿਨ ਸਭ ਸੰਗਤਾਂ ਦੇ ਮਨ ਵਿੱਚ ਸਰੋਵਰ ਦੇ ਪਰਥਾਏ, ਸਤਿਗੁਰਾਂ ਦੇ ਦਰ ਘਰ ਦੇ ਪਰਥਾਏ ਸ਼ਰਧਾ ਵੱਧ ਰਹੀ ਹੈ। ਸੁਣ ਸੁਣ ਮਹਿਮਾ ਦੇਸ਼ ਵਿਦੇਸ਼। ਇਸ ਤਰ੍ਹਾਂ ਹਰਿਮੰਦਰ ਸਰੋਵਰ ਦੀ ਮਹਿਮਾ ਸੁਣ ਸੁਣ ਕੇ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤ ਸਹਿਤ ਮਸੰਦ ਵਿਸ਼ੇਸ਼। ਬੜੀਆਂ ਸੰਗਤਾਂ ਆਉਂਦੀਆਂ ਤੇ ਵਿਸ਼ੇਸ਼ ਗੁਰੂ ਘਰ ਦੇ ਜਿਹੜੇ ਮਸੰਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਯੁਕਤ ਕੀਤੇ ਹੋਏ, ਉਹ ਵੀ ਆਉਂਦੇ ਆ। ਮਸੰਦ ਜਿਵੇਂ ਸਾਧ ਸੰਗਤ ਜੀ, ਸਾਰੇ ਸਿੱਖਾਂ ਦਾ ਸਮਾਂ ਨਹੀਂ ਨਾ ਹੁੰਦਾ ਸਮੇਂ ਸਿਰ ਦਸਵੰਧ ਦੇ ਆਉਣ, ਤੇ ਕਿਸੇ ਇਲਾਕੇ ਵਿੱਚ ਫਿਰ ਇਸ ਤਰ੍ਹਾਂ ਕੋਈ ਇੱਕ ਮਸੰਦ ਹੁੰਦਾ ਸੀ, ਕਿਤੇ ਦੋ ਮਸੰਦ। ਉਹ ਸਾਰੀ ਉਗਰਾਹੀ ਕਰਕੇ ਕਾਰ ਭੇਟਾ ਵੀ ਜ਼ਿੰਮੇਵਾਰ ਸਿੱਖਾਂ ਨੂੰ ਮਹਾਰਾਜ ਨੇ ਇਹ ਡਿਊਟੀ ਦਿੱਤੀ ਸੀ, ਤੇ ਉਹ ਸਾਰਿਆਂ ਸਿੱਖ ਜਿਹੜੇ ਸੀ ਉਹ ਲਓ ਭਾਈ ਤੁਸੀਂ ਸਾਡੀ ਵੀ ਜਿਹੜੀ ਦਸਵੰਧ ਦੀ ਮਾਇਆ ਮਹਾਰਾਜ ਦੇ ਘਰ ਪਹੁੰਚਾ ਦਿਆ ਜੇ, ਤੁਸੀਂ ਜਾਂਦੇ ਆਉਂਦੇ ਰਹਿੰਦੇ ਹੋ। ਇਸ ਤਰ੍ਹਾਂ ਉਹ ਫਿਰ ਸੰਗਤਾਂ ਤੋਂ ਲੈ ਕੇ ਮਾਇਆ ਤੇ ਗੁਰੂ ਘਰ ਪਹੁੰਚਦੀ ਕਰਦੇ ਸੀ, ਅਰਦਾਸੇ ਕਰਵਾਉਂਦੇ ਸੀ, ਮਹਾਰਾਜ ਫਲਾਣੇ ਨਗਰ ਤੋਂ ਫਲਾਣਾ ਤੁਹਾਡਾ ਜਿਹੜਾ ਸਿੱਖ ਹੈ ਉਹ ਪਰਿਵਾਰ ਮਹਾਰਾਜ ਦਸਵੰਧ ਦੀ ਮਾਇਆ ਭੇਜਦਾ, ਪ੍ਰਵਾਨ ਕਰੋ। ਇਸ ਤਰ੍ਹਾਂ ਉਹ ਸੱਚੇ ਪਾਤਸ਼ਾਹ ਫਿਰ ਖਿਲਤਾਂ ਦਿੰਦੇ, ਉਹਨਾਂ ਦੇ ਘਰਾਂ ਵਿੱਚ ਖਿਲਤਾਂ ਪਹੁੰਚਦੀਆਂ ਕਰਦੇ, ਸਿਰੋਂ ਪਾਓ ਭੇਜਦੇ। ਤੋ ਇਸ ਤਰ੍ਹਾਂ ਕਵੀ ਜੀ ਕਹਿੰਦੇ ਮਸੰਦ ਵੀ ਜਿਹੜੇ ਆ ਬੜੇ ਦੂਰ, ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦੀ ਸੰਗਤ ਵਿੱਚ ਨਿਯੁਕਤ ਕੀਤੇ ਆ, ਉਹ ਵੀ ਮਹਾਰਾਜ ਦੀ ਸੋਭਾ ਸੁਣ ਸੁਣ ਕੇ ਥੋੜੇ ਥੋੜੇ ਦਿਨਾਂ ਬਾਅਦ ਵਾਪਸ ਆਈ ਜਾਂਦੇ ਆ। ਮਹਿਮਾ ਸਿੱਖਣ ਗੁਰੂ ਸੁਣਾਵੈ। ਤੇ ਸੱਚੇ ਪਾਤਸ਼ਾਹ ਜੀ ਸਿੱਖਾਂ ਨੂੰ ਇਸ ਪਾਵਨ ਪਵਿੱਤਰ ਅੰਮ੍ਰਿਤਸਰ ਸਰੋਵਰ ਦੀ ਤੇ ਹਰਿਮੰਦਰ ਸਾਹਿਬ ਦੀ ਸੋਭਾ ਮਹਿਮਾ ਸੁਣਾਉਂਦੇ ਆ। ਸੁਣ ਸੁਣ ਦਾਸਣ ਕੇ ਮਨ ਭਾਵੈ। ਇਹ ਪਾਵਨ ਪਵਿੱਤਰ ਸੋਭਾ ਸੁਣ ਸੁਣ ਕੇ ਸਿੱਖਾਂ ਦੇ ਮਨ ਨੂੰ ਭਾਉਂਦੀ ਆ, ਚੰਗੀ ਲੱਗਦੀ ਹੈ। ਸ਼ਬਦਨ ਬਿਖੈ ਮਹਾਤਮ ਕਹੈ। ਕਈ ਵਾਰੀ ਮਹਾਰਾਜ ਸ਼ਬਦਾਂ ਦੇ ਰਾਹੀਂ ਵੀ ਬੜਾ ਮਹਾਤਮ ਕਹਿੰਦੇ ਆ, ਬੜੀ ਸੋਭਾ ਗਾਉਂਦੇ ਅੰਮ੍ਰਿਤਸਰ ਸਾਹਿਬ ਦੀ। ਕਰਹਿ ਕਾਰ ਸਿੱਖ ਸੁਧਤਾ ਲਹੈ। ਮਹਾਰਾਜ ਕਹਿੰਦੇ ਭਾਈ ਜਿਹੜਾ ਇਸ ਪਾਵਨ ਸਥਾਨ ਤੇ ਸੇਵਾ ਕਰੇਗਾ ਉਹ ਸ਼ੁੱਧਤਾ ਨੂੰ ਲਏਗਾ, ਉਹਦਾ ਮਨ ਪਵਿੱਤਰ ਹੋ ਜਾਵੇਗਾ, ਪਾਪਾਂ ਵਾਲੀ ਬਿਰਤੀ ਦੂਰ ਹੋ ਜਾਵੇਗੀ। ਉਦਮ ਕਰਤ ਮਨ ਨਿਰਮਲ ਹੋਆ। ਤੇ ਉਦਮ ਕਰਦਾ ਜਿਹੜਾ ਸਰੋਵਰ ਦੇ ਪਰਥਾਏ, ਉਹਦਾ ਮਨ ਜਿਹੜਾ ਨਿਰਮਲ ਹੋ ਜਾਂਦਾ। ਸ਼੍ਰੀ ਮੁਖ ਵਾਕ ਬੋਲਣਾ, ਫਿਰ ਸ਼੍ਰੀ ਮੁਖ ਵਾਕ, ਸ਼੍ਰੀ ਮੁਖ ਵਾਕ ਦੁਆਰਾ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੀ ਕੰਠ ਤੋਂ ਕਿਰਪਾ ਕਰਦੇ ਆ। ਉਦਮ ਕਰਤਨ ਮਨ ਨਿਰਮਲ ਹੋਆ। ਜਿਹੜੇ ਜਿਹੜੇ ਭਾਈ ਉਦਮ ਕਰਦੇ ਆ ਸੇਵਾ ਦੇ ਪਰਥਾਏ, ਸੇਵਾ ਕਰਦੇ ਉਦਮ ਦੇ ਨਾਲ, ਉਤਸ਼ਾਹ ਦੇ ਨਾਲ, ਉਹਨਾਂ ਸਾਰਿਆਂ ਗੁਰਸਿੱਖਾਂ ਪ੍ਰੇਮੀਆਂ ਦੇ ਮਨ ਜਿਹੜੇ ਨਿਰਮਲ ਕਈ ਉਜਲ ਹੋ ਜਾਂਦੇ। ਨਿਰਰਹਿਤ ਮਲ ਮੈਲ ਤੋਂ ਰਹਿਤ ਕਈ ਉਜਲ। ਉਹਨਾਂ ਸਾਰਿਆਂ ਸਿੱਖਾਂ ਦੇ ਮਨ ਪਵਿੱਤਰ ਹੋ ਜਾਂਦੇ ਆ। ਹਰ ਮਾਰਗ ਚਲਤ ਭ੍ਰਮ ਸਗਲਾ ਖੋਇਆ। ਤੇ ਹਰੀ ਪਰਮੇਸ਼ਰ ਦੇ ਰਸਤੇ ਤੇ ਚੱਲ ਕੇ ਉਹ ਕੀ ਹੈ ਸਾਧ ਸੰਗਤ ਜੀ, ਪਰਮਾਰਥ ਨਾਮ ਜਪਣਾ। ਵਾਹਿਗੁਰੂ 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 ਨਾਮ ਜਪਿਆ ਜਿਨ੍ਹਾਂ ਨੇ, ਮਹਾਰਾਜ ਕਹਿੰਦੇ ਉਹਨਾਂ ਸਾਰੇ ਭਰਮ ਜਿਹੜੇ ਆ ਨਾ ਉਹ ਖੋ ਲਏ, ਨਾਸ਼ ਕਰ ਲਏ ਆ।
ਸੰਸਾਰ ਦੇ ਵਿੱਚ ਪਰਮੇਸ਼ਰ ਨਾ ਦਿਸਣਾ, ਮਾਇਆ ਦਾ ਭਰਮ ਪੈਣਾ, ਝੂਠੀ ਵਸਤੂ ਵਿੱਚ ਸੁੱਖ ਦਾ ਭਰਮ ਪੈਣਾ, ਇਤਿਆਦਿਕ ਸਾਰੇ ਭਰਮ ਉਹਨਾਂ ਦੇ ਨਾਸ਼ ਹੋ ਗਏ ਹਨ। ਨਾਮ ਨਿਧਾਨ ਸਤਿਗੁਰੂ ਸੁਣਾਇਆ। ਤੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ, ਗੁਰੂ ਨਾਨਕ ਦੇਵ ਜੀ, ਸੱਚੇ ਸਤਿਗੁਰਾਂ ਨੇ ਨਾਮ ਦਾ ਨਿਧਾਨ ਕਹੀਏ ਖਜ਼ਾਨਾ, ਉਹ ਸਾਧ ਸੰਗਤ ਜੀ ਗੁਰਬਾਣੀ ਹੈ। ਜਿਨ੍ਹਾਂ ਨੂੰ ਸਤਿਗੁਰਾਂ ਨੇ ਮੁਖ ਤੋਂ ਗੁਰਬਾਣੀ ਸੁਣਾ ਦਿੱਤੀ ਹੈ, ਮਿਟ ਗਏ ਸਗਲੇ ਰੋਗਾ ਜੀਓ। ਉਹਨਾਂ ਦੇ ਸਾਰੇ ਰੋਗ ਜਿਹੜੇ ਨਾਸ਼ ਹੋ ਗਏ। ਮਿਟ ਗਏ ਸਗਲੇ ਰੋਗਾ ਜੀਓ, ਸਭ ਰੋਗ ਉਹਨਾਂ ਦੇ ਆਦਿ ਵਿਆਧੀ ਉਪਾਧੀ ਸਭ ਦੇ ਨਾਸ਼ ਹੋ ਗਏ। ਜਿਨ੍ਹਾਂ ਨੇ ਸੇਵਾ ਕੀਤੀ ਹੱਥਾਂ ਪੈਰਾਂ ਨਾਲ ਤੇ ਬਿਰਤੀ ਦੇ ਨਾਲ ਸਿਮਰਨ ਕੀਤਾ, ਉਹਨਾਂ ਦੀ ਅਪਰੰਪਾਰ ਮਹਿਮਾ ਹੈ। ਭਾਈ ਮਹਾਰਾਜ ਦੱਸਦੇ ਗੁਰਬਾਣੀ ਅੰਦਰ ਹੀ ਕਿ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਉਦਮ ਕੀਤਾ ਸੇਵਾ ਪ੍ਰਥਾਏ, ਉਦਮ ਕੀਤਾ ਨਾਮ ਜਪਣ ਦੇ ਪ੍ਰਥਾਏ। ਭਿੰਨੀ ਰੈਨੜੀਏ ਜਾਗ ਚਾਮਕਨ ਤਾਰੇ, ਜਾਗਹਿ ਸੰਤ ਜਨਾ ਤੇਰੇ ਰਾਮ ਪਿਆਰੇ। ਤੋ ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ। ਇਹ ਜਿਨ੍ਹਾਂ ਨੇ ਉਦਮ ਕੀਤਾ, ਅੰਮ੍ਰਿਤ ਵੇਲੇ ਜਾਗੇ ਹੈ, ਨਾਮ ਜਪਿਆ, ਜਿਨ੍ਹਾਂ ਸੇਵਾ ਦੇ ਨਾਲ ਬਿਰਤੀ ਜੋੜੀ ਹੈ। ਗਰੀਬ ਨਵਾਜ ਕਹਿੰਦੇ ਉਹਨਾਂ ਨੇ ਭਾਈ ਆਪਦੇ ਭਰਮ ਸਾਰੇ ਨਾਸ਼ ਕਰ ਲਏ। ਸਭ ਉਹਨਾਂ ਦੇ ਰੋਗ ਜਿਹੜੇ ਦੂਰ ਹੋ ਗਏ, ਆਦਿ ਵਿਆਧੀ ਉਪਾਧੀ ਤੀਨੇ ਤਾਪ ਸਭ ਨਾਸ਼ ਹੋ ਗਏ ਹਨ। ਚਾਉ ਪਈ ਇਤਿਆਦਿਕ ਬਹੁ ਗੁਰੂ ਬਣਾਵੈ। ਇਸ ਤੋਂ ਆਦਿਕ ਹੋਰ ਬੜੇ ਸ਼ਬਦ ਗੁਰਬਾਣੀ ਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਣਾਉਂਦੇ ਆ, ਉਚਾਰਦੇ ਆ। ਸੁਣ ਪਠਕਾਰ ਕਰਨ ਉਰ ਭਾਵੈ। ਤੇ ਸੁਣਦੇ ਨਾ ਜਦੋਂ ਸਿੱਖ ਤੇ ਮਨ ਕਰ ਆਉਂਦਾ ਵੀ ਆਪਾਂ ਵੀ ਮਨਾ ਸੇਵਾ ਕਰੀਏ, ਕਾਹਨੂੰ ਸਮਾਂ ਬਰਬਾਦ ਕਰਨਾ ਵਿਹਲੇ ਰਹਿ ਕੇ। ਸਭ ਸੁਣ ਕੇ ਗੁਰਬਾਣੀ ਮਹਾਰਾਜ ਦੇ ਮੁਖੋਂ ਤੇ ਸੇਵਾ ਕਰਨ ਵੱਲ ਦੌੜਦੇ ਉਤਸ਼ਾਹਤ ਹੁੰਦੇ ਆ। ਦੋਨੋਂ ਰਹਿ ਪਾਸ ਗੁਰਦੇਵ। ਤੇ ਇਹ ਜਿਹੜੇ ਆ ਨਾ ਭਾਈ ਲਾਲ ਜੀ ਤੇ ਭਾਈ ਲੰਗਾ ਜੀ, ਇਹ ਦੋਵੇਂ ਚੌਧਰੀ ਸੱਚੇ ਪਾਤਸ਼ਾਹ ਦੇ ਪਾਸ ਰਹਿੰਦੇ ਹਨ। ਮੁਕਤ ਰੂਪ ਹੋਏ ਕਰ ਸੇਵ। ਤੇ ਇਹਨਾਂ ਬੜਾ ਲੰਮਾ ਸਮਾਂ ਸੇਵਾ ਕੀਤੀ, ਕਈ ਮਹੀਨੇ ਸੇਵਾ ਕੀਤੀ, ਟੋਕਰੀ ਢੋਈ ਗੁਰੂ ਘਰ ਵਿੱਚ, ਤੇ ਮੁਕਤੀ ਨੂੰ ਪ੍ਰਾਪਤ ਹੋਏ। ਬੜੀ ਇਹਨਾਂ ਤੇ ਦਇਆ ਸੱਚੇ ਪਾਤਸ਼ਾਹ ਜੀਆਂ ਦੀ ਹੋਈ, ਮੁਕਤ ਰੂਪ ਹੋ ਗਏ ਸੇਵਾ ਕਰਕੇ। ਅਜਬ ਅਜਾਇਬ ਉਮਰਾ ਸਾਹੂ। ਤੇ ਇਹ ਦੋ ਸਿੱਖ ਇਸ ਤਰ੍ਹਾਂ ਕਲਿਆਣ ਨੂੰ ਪ੍ਰਾਪਤ ਹੋਏ। ਫਿਰ ਇੱਕ ਭਾਈ ਅਜਬ ਜੀ, ਭਾਈ ਅਜਾਇਬ ਜੀ ਤੇ ਉਮਰਾ ਸ਼ਾਹੂ ਨਾਮ ਦੇ ਸਿੱਖ ਹਨ, ਤਿੰਨ ਇਹ। ਸੰਘੇ ਇਹੋ ਮਸੰਦ ਗੁਰ ਪਾਹੂ। ਇਹ ਗੋਤ ਦੇ ਸਾਧ ਸੰਗ ਦੀ ਸੰਘੇ ਸਨ। ਤੇ ਪਿੰਡ ਇਹਨਾਂ ਦਾ ਭਾਈ ਕੀ ਡਰੌਲੀ, ਜਿਹੜਾ ਇੱਥੇ ਮੋਗੇ ਦੇ ਲਾਗੇ ਹੈ, ਡਗਰੂ ਫਾਟਕਾਂ ਤੋਂ ਅੱਗੇ, ਜਿੱਥੇ ਛੇਵੇਂ ਪਾਤਸ਼ਾਹ ਦੇ ਬੜੇ ਸਥਾਨ ਹਨ। ਇਹ ਭਾਈ ਕੇ ਡਰੌਲੀ ਦੇ ਰਗਰ ਦੇ ਰਹਿਣ ਵਾਲੇ ਸੀ ਤਿੰਨੇ, ਉਹ ਸੰਘੇ ਹੈ ਗੋਤ ਦੇ। ਤੇ ਇਹ ਗੁਰੂ ਘਰ ਦੇ ਮਸੰਦ ਸਨ। ਇਹਨਾਂ ਨੂੰ ਵੀ ਮਹਾਰਾਜ ਨੇ ਇਹ ਬਖਸ਼ਿਸ਼ ਕੀਤੀ ਸੀ। ਇਹ ਵੀ ਸਾਰੀ ਕਾਰ ਭੇਟਾ, ਇਹ ਮੋਗੇ ਇਲਾਕੇ ਦੀ ਇੱਥੋਂ ਦੀ ਸਾਰੀ ਕਾਰ ਭੇਟਾ ਉਗਰਾਹੀ ਕਰਕੇ ਤੇ ਅੰਮ੍ਰਿਤਸਰ ਸਾਹਿਬ ਪਹੁੰਚਦੀ ਕਰਦੇ ਸੀ। ਭਾਈ ਅਜਬ ਜੀ, ਭਾਈ ਅਜਾਇਬ ਜੀ, ਭਾਈ ਉਮਰਾ ਸ਼ਾਹੂ ਜੀ। ਤੇ ਇਹ ਦੋ ਭਰਾ ਹੋਰ ਸੀ ਇਹਨਾਂ ਦੇ, ਹੈ ਪੰਜ ਭਾਈ ਸੀ, ਤਿੰਨਾਂ ਦਾ ਇੱਥੇ ਨਾਮ ਆਇਆ। ਤੇ ਉਸ ਤਰ੍ਹਾਂ ਹੈ ਸੰਘੇ ਸੀ ਗੋਤ ਦੇ। ਤੇ ਭਾਈ ਕੇ ਡਰੌਲੀ ਇਹਨਾਂ ਦਾ ਨਗਰ ਹੈ। ਕਾਰ ਸੁਧਾ ਸਰ ਕੀ ਭੀ ਕਰੈ। ਤੇ ਜਦੋਂ ਮਹਾਰਾਜ ਦੇ ਪਾਸ ਦਰਸ਼ਨਾਂ ਨੂੰ ਜਾਂਦੇ ਅੰਮ੍ਰਿਤਸਰ ਸਾਹਿਬ, ਤੇ ਨਾਲ ਬੜੀ ਸੇਵਾ ਕਰਦੇ ਸਰੋਵਰ ਦੀ। ਸੰਗਤ ਤੇ ਗੁਰ ਕਾਰ ਸੰਭਰੈ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਰੀ ਸੰਗਤ ਤੋਂ ਜਿਹੜੀ ਸੇਵਾ ਕਰਵਾਉਂਦੇ ਆ, ਇਹ ਸਾਰੇ ਸੇਵਾ ਸੰਭਾਲਦੇ ਆ, ਭਾਵੇਂ ਮੁਖੀ ਹੋ ਕੇ ਸਿੱਖਾਂ ਵਿੱਚ ਸਾਰੀ ਮਹਾਰਾਜ ਦੀ ਦਿੱਤੀ ਸੇਵਾ ਸਾਂਭਦੇ ਆ। ਆਣ ਗੁਰੂ ਕੇ ਪਾਸ ਪਹੁੰਚਾਵੈ। ਤੇ ਜਾਂ ਜਿਹੜੀ ਸੰਗਤ ਭੇਜਦੀ ਆ ਨਾ ਮਾਇਆ, ਉਹ ਮਾਇਆ ਸਾਰੀ ਉਗਰਾਹੀ ਕਰਕੇ ਪਿੰਡਾਂ ਚੋਂ ਤੇ ਸਤਿਗੁਰਾਂ ਦੇ ਘਰ ਵਿੱਚ ਭੇਜਦੇ ਲਿਜਾਂਦੇ ਆ। ਨਿਜ ਹਿਤ ਜੋ ਸਿੱਖਣ ਤੇ ਭਾਵੈ। ਤੇ ਸੰਗਤ ਦੀ ਮਾਇਆ ਚੋਂ ਕੋਈ ਪੈਸਾ ਨਹੀਂ ਰੱਖਦੇ, ਤੇ ਆਪਦਾ ਗੁਜ਼ਾਰਾ ਹੈ ਵੀ ਕਈ ਵਾਰੀ ਇਹਨਾਂ ਨੂੰ ਜੇ ਕੋਈ ਘਰੇ ਸੱਦ ਲਵੇ, ਕੋਈ ਜਲ ਪਾਣੀ ਪ੍ਰਸ਼ਾਦਾ ਛਕਾਉਣ ਲੱਗਿਆ, ਕਿਸੇ ਨੇ ਵਸਤਰ ਦੇਤਾ, ਕਿਸੇ ਨੇ ਗੁਰੂ ਘਰ ਦੇ ਸੇਵਕ ਸਿੱਖ ਜਾਣ ਕੇ ਕੋਈ ਮਾਇਆ ਦੇ ਦਿੱਤੀ ਨਾ ਦਰਸ਼ਨਾਂ ਦੀ ਭੇਟਾ, ਉਹਦੇ ਨਾਲ ਆਪਦਾ ਗੁਜ਼ਾਰਾ ਕਰਦੇ ਸੀ। ਸੰਗਤ ਦੀ ਮਾਇਆ 'ਚੋਂ ਕੁਝ ਮਾਇਆ ਨਹੀਂ ਸੀ ਰੱਖਦੇ। ਜੇ ਕੋਈ ਕਹਿੰਦਾ ਸੀ ਸਾਡੀ ਭੇਟਾ ਮਹਾਰਾਜ ਦੇ ਘਰ ਭੇਜ ਦਿਓ, ਤੇ ਇਹ ਨਹੀਂ ਸੀ ਵੀ ਚਲੋ ਅਸੀਂ ਵੀ ਆਪਦੇ ਘਰ ਚਲਾਉਣੇ, ਉਹਦੇ 'ਚੋਂ ਮਾਇਆ ਨਹੀਂ ਸੀ ਲੈਂਦੇ।
ਤੇ ਇਹ ਆਪਦਾ ਗੁਜ਼ਾਰਾ ਕਰਦੇ ਸੀ ਵੀ ਜੇ ਕੋਈ ਸਿੱਖ ਘਰੇ ਸੱਦ ਕੇ ਪ੍ਰਸ਼ਾਦਾ ਪਾਣੀ ਛਕਾਉਂਦਾ ਤੇ ਕੋਈ ਮਾੜੀ ਮੋਟੀ ਮਾਇਆ ਦਿੰਦਾ ਸੀ, ਦਰਸ਼ਨੀ ਭੇਟਾ ਦਿੰਦਾ ਸੀ, ਕੋਈ ਅਰਦਾਸ ਦੀ ਮਾਇਆ, ਤੋ ਇਸ ਤਰ੍ਹਾਂ ਹੀ ਆਪਣਾ ਗੁਜ਼ਾਰਾ ਕਰਦੇ ਆ ਤਿਸ ਕੇ ਸੰਗ ਕਰਹਿ ਗੁਜਰਾਨੇ। ਤੇ ਆਪਣੇ ਟੱਬਰ ਟੀਰ ਪਰਿਵਾਰ ਇਸ ਮਾਇਆ ਦੇ ਨਾਲ ਪਾਲਦੇ ਹਨ। ਇੱਕ ਇੱਕ ਦਿਨ ਸਾਹਿਬ ਬੂਝਣ ਠਾਨੇ। ਤੇ ਇੱਕ ਦਿਨ ਇਹ ਤਿੰਨੇ ਭਾਈ, ਭਾਈ ਅਜੈਬ ਜੀ, ਅਜਬ ਜੀ, ਭਾਈ ਉਮਰਾ ਜੀ, ਇਹ ਅੰਮ੍ਰਿਤਸਰ ਸਾਹਿਬ ਗਏ ਤੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਸਹਿਜ ਸੁਭਾਅ ਹੀ ਇਹਨਾਂ ਤੋਂ ਪੁੱਛਿਆ ਹੈ। ਗੁਰ ਧਨ ਕੋ ਤੁਮ ਕਿਸ ਬਿਦ ਜਾਨੋ। ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਜਿਹੜੀ ਸੰਗਤ ਮਾਇਆ ਦਿੰਦੀ ਗੁਰੂ ਕਿਆਂ ਵਾਸਤੇ, ਗੁਰੂ ਘਰ ਦੀ ਮਾਇਆ ਜਿਹੜੀ ਹੈ ਉਹਨੂੰ ਤੁਸੀਂ ਕਿਵੇਂ ਕਰਕੇ ਜਾਣਦੇ ਹੋ, ਕੀ ਕਰਕੇ ਜਾਣਦੇ ਬੁੱਝਦੇ ਹੋ? ਜੋ ਸੰਗਤ ਤੇ ਲਿਆਵਨ ਠਾਨੋ। ਜਿਹੜੀ ਤੁਸੀਂ ਸਾਨੂੰ ਲਿਆਉਂਦੇ ਹੋ, ਸੰਗਤਾਂ ਤੋਂ ਲਿਆਉਂਦੇ ਹੋ ਨਾ, ਜਿਹੜੀ ਸੰਗਤਾਂ ਦਸਵੰਧ ਕੱਢ ਕੱਢ ਕੇ ਤੁਹਾਨੂੰ ਮਾਇਆ ਦਿੰਦੀਆਂ ਹੈ, ਉਹ ਮਾਇਆ ਨੂੰ ਤੁਸੀਂ ਕਿਵੇਂ ਕਰਕੇ ਵੇਖਦੇ ਹੋ? ਕਹਿਓ ਤਨਹਾ ਹਮ ਵੇਖ ਸਮ ਜਾਣੈ। ਤੇ ਉਹ ਸਿੱਖ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਮਹਾਰਾਜ ਗੁਰੂ ਘਰ ਦੀ ਮਾਇਆ ਨੂੰ ਜ਼ਹਿਰ ਕਰਕੇ ਜਾਣਦੇ ਹਾਂ। ਸ਼ਿਵ ਨਿਰਮਾਇਲ ਕੇਰ ਸਮਾਨੇ। ਤੇ ਸੱਚੇ ਪਾਤਸ਼ਾਹ ਅਸੀਂ ਐਂ ਜਾਣਦੇ ਵੀ ਜਿਵੇਂ ਸ਼ਿਵ ਭਗਵਾਨ ਦੀ ਪੂਜਾ ਦਾ ਧਨ ਨਹੀਂ ਨਾ ਕੋਈ ਖਾਂਦਾ ਪੁਜਾਰੀ, ਜ਼ਹਿਰ ਸਮਝਦੇ ਮਹਾਰਾਜ ਅਸੀਂ ਭਾਵ ਖਾਣਾ ਬੜਾ ਔਖਾ ਹੈ, ਇਸ ਤਰ੍ਹਾਂ ਮਹਾਰਾਜ ਅਸੀਂ ਤੁਹਾਡੇ ਘਰ ਦੀ ਮਾਇਆ ਨੂੰ, ਸਿੱਖਾਂ ਦੇ ਦਸਵੰਧ ਦੀ ਮਾਇਆ ਨੂੰ ਜ਼ਹਿਰ ਵਾਂਗੂ ਜਾਣਦੇ ਹਾਂ। ਸੁਣ ਸ਼੍ਰੀ ਮੁਖ ਤੇ ਬਾਕ ਉਚਾਰਾ। ਤੇ ਸੁਣ ਕੇ ਸੱਚੇ ਪਾਤਸ਼ਾਹ ਜੀਆਂ ਮੁਖੋਂ ਬਚਨ ਕੀਤਾ ਹੈ, ਕਰਹੁ ਜੇ ਏਮ ਤੁਮ ਹੋਏ ਉਧਾਰਾ। ਵੀ ਜੇ ਇਸ ਤਰ੍ਹਾਂ ਕਰੋਗੇ ਨਾ, ਗੁਰੂ ਘਰ ਦੀ ਸੰਗਤ ਦੀ ਮਾਇਆ ਨੂੰ ਜ਼ਹਿਰ ਸਮਝੋਗੇ ਤੇ ਤੁਹਾਡਾ ਕਲਿਆਣ ਹੋਵੇਗਾ ਭਾਈ, ਸਦਾ ਭਲਾ ਹੋਵੇਗਾ। ਪੈੜਾ ਸਿੱਖ ਛੱਜਲ ਤਿਸ ਜਾਤੀ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਜਨਾਇਆ ਇਤਿਹਾਸ ਨੇ ਇਹ ਭਾਈ ਅਜਬ ਜੀ, ਅਜੈਬ ਜੀ, ਉਮਰਾ ਸ਼ਾਹੂ ਦੇ ਦੁਆਰਾ, ਵੀ ਗੁਰੂ ਘਰ ਦੀ ਮਾਇਆ ਜਿਹੜੀ ਆ ਉਹਨੂੰ ਜ਼ਹਿਰ ਕਰਕੇ ਜਾਣਨਾ। ਤੇ ਇੱਥੇ ਮੁਕਤਸਰ ਸਾਹਿਬ ਕਾਰਸੇ ਵਾਲੇ ਮਹਾਂਪੁਰਸ਼ ਬਾਬਾ ਕਰਨੈਲ ਸਿੰਘ ਜੀ ਹੋਏ ਆ, ਉਹ ਦੱਸਦੇ ਹੁੰਦੇ ਸੀ, ਕਹਿੰਦੇ ਆ ਕਿ ਸੇਵਾ ਕੀਤੀ ਤੋਂ ਬਿਨਾਂ ਗੁਰੂ ਘਰ ਵਿੱਚ, ਗੁਰੂ ਘਰ ਦੀ ਸੇਵਾ ਕੀਤੀ ਤੋਂ ਬਿਨਾਂ ਜੇ ਕੋਈ ਗੁਰੂ ਘਰੋਂ ਮਿੱਟੀ ਦੀ ਮੁੱਠ ਵੀ ਚੁੱਕ ਕੇ ਲੈ ਜਾਵੇ ਤੇ ਸੱਪ ਵਾਂਗੂ ਲੜਦੀ ਉਹ ਟੱਬਰ ਨੂੰ। ਇਹ ਉਸ ਸਾਧੂ ਦੇ ਵਚਨ ਸੀ। ਬਾਬਾ ਕਰਨੈਲ ਸਿੰਘ ਜੀ ਬਹੁਤ ਕਰਨੀ ਵਾਲੇ ਸਾਧ ਸੰਗਤ ਦੀ ਮਹਾਂਪੁਰਸ਼ ਹੋਏ ਆ। ਤੋ ਕਹਿੰਦੇ ਸੀ ਵੀ ਜੇ ਕੋਈ ਮਿੱਟੀ ਦੀ ਮੁੱਠ ਵੀ ਭਰ ਕੇ ਲੈ ਜੇ ਨਾ, ਭਾਵ ਕਹਿਣ ਤੋਂ ਹੁਣ ਮਿੱਟੀ ਦੀ ਮੁੱਠ ਵਿੱਚ ਕੀ ਹੈ, ਇਹ ਵੀ ਮਿੱਟੀ ਵੀ ਲੈ ਜਾਵੇ ਸੇਵਾ ਕੀਤੇ ਤੋਂ ਬਿਨਾਂ, ਤੇ ਉਹ ਵੀ ਜ਼ਹਿਰ ਵਾਂਗੂ ਲੜਦੀ ਹੈ। ਇਸ ਕਰਕੇ ਫਿਰ ਉਹ ਜਿਵੇਂ ਹੁਣ ਕੋਈ ਗੁਰੂ ਘਰ ਵਿੱਚ ਕੋਈ ਗ੍ਰੰਥੀ ਹੋਵੇ, ਕੋਈ ਚਾਹੇ ਕੋਈ ਗਿਆਨੀ ਸਿੰਘ ਹੈ, ਕੋਈ ਕੀਰਤਨੀਆ ਰਾਗੀ ਹੈ, ਕੋਈ ਕਵੀਸ਼ਰ ਹੈ, ਉਹ ਨਿਰਬਾਹ ਖਾਤਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਰਹਿਤਨਾਮਿਆਂ ਦੇ ਬਚਨ ਹਨ ਵੀ ਨਿਰਬਾਹ ਮਾਤਰੀ ਮਾਇਆ ਜਿਹੜਾ ਸੇਖੋ ਵਰਤੇ ਗੁਰੂ। ਇਹ ਕਿਉਂਕਿ ਪੂਜਾ ਦਾ ਧਨ ਹੁੰਦਾ ਸਾਰਾ, ਗੁਰੂ ਕਿਆਂ ਵਾਸਤੇ ਮਹਾਰਾਜ ਦੇ ਦਰਸ਼ਨਾਂ ਦੀ ਭੇਟਾ, ਤੇ ਸਿੱਖ ਮਹਾਰਾਜ ਦੀ ਸੇਵਾ ਕਰਦਾ ਹੈ, ਜਿੰਨੀ ਕੁ ਸੇਵਾ ਕਰਦਾ ਉਨੀ ਕੁ ਛਕ ਲਵੇ। ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੁਕਮ ਰਹਿਤਨਾਮਿਆਂ ਵਿੱਚ ਵੀ ਨਿਰਬਾਹ ਮਾਤਰ ਸਿੱਖ ਗੁਰੂ ਕੀ ਮਾਇਆ ਵਰਤੇ, ਗੁਰੂ ਘਰ ਦੀ, ਤੇ ਵਰਤੇ ਗੁਰੂ ਘਰ ਦੀ ਜਾਣ ਕੇ, ਵੀ ਜਿੰਨਾ ਕੁ ਆਪਦਾ ਪਰਿਵਾਰ ਪਲਦਾ ਰਹੇ ਓਨੀ ਕੁ ਮਾਇਆ ਵਰਤ ਲਏ। ਜੇ ਵੱਧ ਜਾਵੇ ਤੇ ਉਹ ਕੋਈ ਗੁਰੂ ਘਰ ਦੀ ਵਸਤੂ ਬਣਾ ਲੈਣੀ, ਜਾਂ ਕੋਈ ਲੰਗਰਾਂ ਵਿੱਚ ਪਾ ਦੇਣੀ, ਜਾਂ ਇਮਾਰਤਾਂ ਵਾਸਤੇ ਕਿਸੇ ਤਰ੍ਹਾਂ ਵੀ ਉਹ, ਜਾਂ ਕਿਸੇ ਗਰੀਬ ਨੂੰ ਦੇ ਦਿਓ। ਇਸ ਤਰ੍ਹਾਂ ਮਹਾਰਾਜ ਦੇ ਉਹ ਰਹਿਤਨਾਮਿਆਂ ਦੇ ਬਚਨ ਹਨ ਵੀ ਵੰਡ ਕੇ ਛਕਣਾ ਹੈ। ਤੋ ਫਿਰ ਜਦੋਂ ਕੋਈ ਐਂ ਨਹੀਂ ਕਰਦਾ ਫਿਰ ਉਹਦੇ ਉੱਤੇ ਫਿਰ ਕਸ਼ਟ ਆਉਂਦੇ ਆ, ਕਿਉਂਕਿ ਪੂਜਾ ਦੀ ਮਾਇਆ ਸਾਧ ਸੰਗਤ ਦੀ ਖਾਣੀ ਜਿਹੜੀ ਆ ਉਹ ਫਿਰ ਔਖੀ ਹੁੰਦੀ ਹੈ। ਪੂਜਾ ਦਾ ਧਨ ਜਿਹੜਾ ਹੈ, ਸਿੱਖਾਂ ਦੀ ਦਸਵੰਧ ਦੀ ਮਾਇਆ ਖਾਣੀ, ਸਿੱਖ ਨੇ ਕਿਸੇ ਕਾਰਜ ਵਾਸਤੇ ਦੇਣੀ, ਉਹਦੇ ਵਾਸਤੇ ਆਪਦੇ ਘਰਾਂ ਦੀਆਂ ਪੂਰਤੀਆਂ ਕਰਨੀਆਂ, ਘਰ ਦੇ ਸ਼ੌਂਕ ਪੂਰੇ ਕਰਨੇ। ਤੋ ਇਹੋ ਜਿਹਿਆਂ ਦੇ ਨਾਲ ਫਿਰ ਅੰਤਲੇ ਸਮੇਂ ਫਿਰ ਉਹ ਹਾਲਤ ਮਾੜੀ ਹੁੰਦੀ ਹੈ। ਉਹ ਮਾਇਆ ਜਿਹੜੀ ਹੁੰਦੀ ਫਿਰ ਉਹ ਬੱਚੇ ਖਾਈ ਖੂਈ ਜਾਂਦੇ ਹੈ, ਪਰਿਵਾਰ ਇੱਕ ਵਾਰੀ ਤਾਂ ਮੌਜਾਂ ਲੈਂਦਾ ਤੇ ਫਿਰ ਉਹ ਜਵਾਕ ਜੱਲੇ ਫਿਰ ਅੱਗੇ ਉਹੋ ਜਿਹੇ ਨਿਕਲ ਆਉਂਦੇ, ਫਿਰ ਉਹ ਕੋਈ ਕੇਸ ਨਹੀਂ ਰੱਖਦਾ, ਫਿਰ ਉਹ ਰੋਂਦੇ ਆ ਜੀ ਅਸੀਂ ਗੁਰੂ ਘਰ ਦੀ ਸੇਵਾ ਕੀਤੀ ਤੇ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਤੋ ਉਹ ਸਾਧ ਸੰਗਤ ਜੀ ਫਿਰ ਜਿਹੜਾ ਪੂਜਾ ਦਾ ਧਨ ਹੈ ਉਹ ਜ਼ਹਿਰ ਵਰਗਾ ਹੈ। ਗੁਰੂ ਘਰ ਦੀ ਮਾਇਆ ਨੂੰ ਸਿੱਖ ਜ਼ਹਿਰ ਸਮਝੇ, ਵੀ
ਕਿਉਂਕਿ ਬਾਹਰ ਕਿਸੇ ਨਾਲ ਠੱਗੀ ਮਾਰਾਂਗੇ ਤੇ ਸਾਧ ਸੰਗਤ ਜੀ ਮਹਾਰਾਜ ਬਖਸ਼ਿੰਦੇ ਇੱਥੇ ਆ ਕੇ ਬਖਸ਼ਾ ਲਵਾਂਗੇ ਹੱਥ ਜੋੜ ਕੇ ਵੀ ਮਹਾਰਾਜ ਮੈਂ ਬਾਹਰ ਠੱਗੀ ਮਾਰੀ ਹੈ ਤੇ ਭੁੱਲ ਹੋ ਗਈ ਮਹਾਰਾਜ ਅਗਾਂਹ ਨਹੀਂ ਮਾਰਾਂਗਾ ਐਤਕੀ ਬਖਸ਼ ਦਿਓ, ਵੀ ਬਾਹਰ ਠੱਗੀ ਮਾਰਾਂਗੇ ਤੇ ਇੱਥੇ ਬਖਸ਼ਾ ਲਵਾਂਗੇ। ਇਹ ਬਖਸ਼ਾਉਣ ਵਾਸਤੇ ਦਰ ਹੈ ਮਹਾਰਾਜ ਦਾ, ਤੇ ਜੇ ਇੱਥੇ ਮਾਰਾਂਗੇ ਤੇ ਕਿੱਥੇ ਬਖਸ਼ਾਵਾਂਗੇ। ਇਸ ਕਰਕੇ ਮਹਾਰਾਜ ਨੇ ਪੁੱਛਿਆ ਵੀ ਕਿਵੇਂ ਜਾਣਦੇ ਹੋ ਮਾਇਆ ਨੂੰ ਤੁਸੀਂ, ਗੁਰੂ ਘਰ ਦੀ ਨੂੰ। ਕਹਿੰਦੇ ਮਹਾਰਾਜ ਸਾਡੇ ਵਾਸਤੇ ਜ਼ਹਿਰ ਹੈ। ਤਾਂ ਮਹਾਰਾਜ ਕਹਿੰਦੇ ਜੇ ਇਸ ਤਰ੍ਹਾਂ ਪਈ ਬਿਰਤੀ ਰੱਖੋਗੇ, ਗੁਰੂ ਘਰ ਦੀ ਸੰਗਤ ਦੀ ਦਸਵੰਧ ਦੀ ਮਾਇਆ ਨੂੰ ਜ਼ਹਿਰ ਜਾਣ ਕੇ ਜਾਣੋਗੇ ਤੇ ਤੁਹਾਡਾ ਸਦਾ ਭਲਾ ਹੋਵੇਗਾ। ਇੱਕ ਵਾਰੀ ਨਾ ਬਚਪਨ ਵਿੱਚ ਇੱਥੇ ਮੁਕਤਸਰ ਸਾਹਿਬ ਪਰ ਸੰਗੂ ਧੌਣ ਗੁਰੂ ਘਰ ਜਿੱਥੇ ਇੱਥੇ ਸੇਵਾ ਗਏ ਸੀ, ਉਦੋਂ ਮੇਰਾ ਖਿਆਲ ਮਸਾਂ ਕੋਈ 13 ਸਾਲ ਦੀ ਉਮਰ ਹੋਊ, 12-13 ਸਾਲ ਦੀ। ਤੇ ਉੱਥੇ ਨਾ ਸ਼ਾਇਦ ਸੰਗੂ ਧੌਣ ਸਾਹਿਬ ਦੇ ਵਾਸਤੇ ਸੰਗਮਰਮਰ ਦੀ ਪਾਲਕੀ ਆਈ ਜਾਂ ਕਿਸੇ ਕਿਸੇ ਹੋਰ ਗੁਰੂ ਘਰ ਵਾਸਤੇ ਪਾਲਕੀ ਸਾਹਿਬ ਪੱਥਰ ਆਇਆ ਸੀ ਇੱਧਰੋਂ ਮਕਰਾਣਿਓ, ਉਹ ਟਰੱਕਾਂ ਜਿਹਾਂ ਤੇ ਉਹ ਜਦੋਂ ਲਾਉਣ ਲੱਗੇ ਉਦੋਂ ਬਾਬਾ ਭੋਲਾ ਸਿੰਘ ਜੀ ਸਨ ਇੱਥੇ ਮੁਕਤਸਰ ਸਾਹਿਬ। ਤੇ ਉਦੋਂ ਇਹ ਅੱਖੀ ਵੇਖਣ ਦੀ ਗੱਲ ਹੈ ਵੀ ਸਾਧੂ ਕਿਹੋ ਜਿਹੇ ਹੁੰਦੇ ਆ। ਉਹ ਜਦੋਂ ਖੋਲ੍ਹਿਆ ਡਾਲਾ ਉਹਦਾ ਟਰਾਲੇ ਦਾ, ਪਾਲਕੀ ਹੁਣ ਘੱਟੋ ਘੱਟ ਸਾਧ ਸੰਗਤ ਦੀ 5-7 ਲੱਖ ਦੀ ਪਾਲਕੀ ਬਣਦੀ ਹੈ, ਸੁੰਦਰ ਜਿਹੜੀ ਪੱਥਰ ਦੀ ਆਉਂਦੀ ਹੈ। ਉਹ ਖਾਸ ਹੀ ਮਹਾਰਾਜ ਦੇ ਦਰਾਂ ਵੱਡਿਆਂ ਸਥਾਨਾਂ ਤੇ ਲੱਗੀਆਂ ਜਿਹੜੀਆਂ ਪਾਲਕੀਆਂ। ਤੋ ਇੱਥੇ ਸੰਗੂ ਧੌਣ ਦੇ ਸਥਾਨ ਆਸਤੀ ਮੇਰਾ ਖਿਆਲ ਲਿਆਂਦੀ ਸੀ। ਤੇ ਜਦੋਂ ਪਾਲਕੀ ਲਾਈ ਉਹ ਸਾਰੀ ਟੁੱਟੀ ਹੋਈ। ਤੇ ਉਹ ਬਾਬਾ ਭੋਲਾ ਸਿੰਘ ਜੀ ਇਹਨਾਂ ਦੇ ਅੱਖਾਂ ਵਿੱਚ ਮੈਂ ਆਪ ਉਦੋਂ ਜਲ ਵੇਖਿਆ ਸੀ। ਇਹਨੇ ਤਾਂ ਸੰਗਤ ਦੀ ਮਾਇਆ ਹੈ, ਜੇ ਕੋ ਆਖਿਆ ਸੀ ਕਿਹੜਾ ਕਈ ਮਾਰ ਕੇ ਬਣਾਈ, ਚਲੋ ਟੁੱਟ ਗਈ। ਤੇ ਉਹ ਟਰੱਕ ਦਾ ਜਿਹੜਾ ਡਰਾਈਵਰ ਸੀ ਉਹਨੂੰ ਆਖਿਆ ਵੀ ਤੂੰ ਭਾਈ ਇਹਦੇ ਥੱਲੇ ਕੋਈ ਰਬੜ ਆਦਿਕ ਜਾਂ ਪਰਾਲੀ ਤੇ ਜਿਵੇਂ ਅੱਗੇ ਆਉਂਦੇ ਉਵੇਂ ਰੱਖ ਲੈਂਦਾ, ਇਹਦਾ ਲੇਖਾ ਤੈਨੂੰ ਦੇਣਾ ਪੈਣਾ, ਕਿਉਂਕਿ ਜੇ 5 ਲੱਖ ਜਿੰਨੀ ਕੁ ਮਾਇਆ ਇਹ ਹਿਸਾਬ ਲਾ ਲਾ ਵੀ ਜੇ ਲੱਖ ਦੀ ਤੇ ਲੱਖ ਘਰ ਚੁਆਈ ਹੋਊਗੀ 1-1 ਰੁਪਈਆ ਕਰਕੇ, ਉਹਨਾਂ ਦਾ ਲੇਖਾ ਦੇਣਾ ਪੈਣਾ। ਤੇ ਮੈਂ ਦਾਸ ਨੇ ਸਾਧ ਸੰਗਤ ਜੀ ਉਹਨਾਂ ਦੇ ਅੱਖਾਂ ਨੇਤਰਾਂ ਵਿੱਚ ਆਪ ਜਲ ਵੇਖਿਆ ਪਾਲਕੀ ਟੁੱਟੀ ਤੋਂ, ਵੀ ਇੰਨਾ ਪ੍ਰੇਮ ਹੈ ਵੀ ਗੁਰੂ ਘਰ ਦੀ ਵਸਤੂ ਜਦੋਂ ਟੁੱਟਦੀ ਉਹ ਮਨ ਚ ਆਉਂਦਾ ਵੀ ਜਿਵੇਂ ਸਾਡਾ ਆਪਦਾ ਖੁਦ ਦਾ ਨੁਕਸਾਨ ਹੋਇਆ ਹੁੰਦਾ। ਤੋ ਇਸ ਤਰ੍ਹਾਂ ਜਿਹੜਾ ਕਰਦਾ ਸਾਧ ਸੰਗਤ ਜੀ ਮਾਰੇ ਕਹਿੰਦੇ ਭਾਈ ਉਹਦਾ ਸਦਾ ਉਧਾਰਾ ਹੁੰਦਾ, ਉਹਦੀ ਸਦਾ ਕਲਿਆਣ ਹੀ ਕਲਿਆਣ ਹੈ। ਪੈੜਾ ਸਿੱਖ ਛੱਜਲ ਤਿਸ ਜਾਤੀ, ਇੱਕ ਭਾਈ ਪੈੜਾ ਜੀ ਜਿਨ੍ਹਾਂ ਦੀ ਜਾਤ ਛੱਜਲ ਹੈ। ਕੰਦੂ ਸੰਘਰ ਜਾਤੂ ਪਾਤੀ, ਤੇ ਇਸ ਤਰ੍ਹਾਂ ਫਿਰ ਇੱਕ ਨਾਮ ਦਾ ਕੰਦੂ ਨਾਮ ਦਾ ਸਿੱਖ ਹੈ, ਸੰਘਰ ਜਾਤੀ ਜਿਸ ਦੀ ਪ੍ਰਗਟ ਹੀ ਸ਼੍ਰੀ ਅਰਜਨ ਕੋ ਬੰਦਨ ਕੀਨ। ਇਹ ਵੀ ਅੰਮ੍ਰਿਤਸਰ ਸਾਹਿਬ ਆ, ਇਹ ਵੀ ਗੁਰੂ ਘਰ ਦੇ ਮਸੰਦ ਸਨ। ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਰਨੀ ਆ ਕੇ ਮੱਥਾ ਟੇਕਿਆ ਹੈ। ਪੁਣ ਅਰਦਾਸ ਕਰੀ ਹੋਏ ਦੀਨ, ਤੇ ਫਿਰ ਬੜੇ ਆਜਿਜ਼ ਨਿਮਾਣੇ ਜੇ ਹੋ ਕੇ ਮਹਾਰਾਜ ਦੇ ਅੱਗੇ ਅਰਦਾਸ ਕੀਤੀ ਹੈ। ਕਿਮ ਹਮਰੋ ਹੋਵਹਿ ਕਲਿਆਣ, ਤੇ ਆਖਿਆ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਵੀ ਉਪਦੇਸ਼ ਬਖਸ਼ੋ ਜਿਹਦੇ ਨਾਲ ਸਾਡਾ ਵੀ ਕਿਸੇ ਤਰ੍ਹਾਂ ਕਲਿਆਣ ਹੋ ਜਾਵੇ। ਸ਼੍ਰੀ ਗੁਰ ਦੇਹੋ ਉਪਦੇਸ਼ ਬਖਾਨ, ਤੇ ਹੇ ਗੁਰੂ ਗਰੀਬ ਨਵਾਜ ਮਹਾਰਾਜ ਸਾਨੂੰ ਵੀ ਕਿਰਪਾ ਕਰਕੇ ਕਲਿਆਣਕਾਰੀ ਉਪਦੇਸ਼ ਬਖਸ਼ੋ ਜੀ। ਸਤਿਗੁਰ ਕਹਿਓ ਸੁਧਾ ਸਰਨਾਵੋ, ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਕਲਿਆਣੇ ਦੇ ਵਿੱਚ ਆ ਵੀ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਕਰੋ ਜੀ। ਸ਼ਬਦ ਵਿਚਾਰਹ ਗੁਰਮਤਿ ਭਾਵੋ, ਤੇ ਸ਼ਬਦ ਦੀ ਵਿਚਾਰ ਕਰਨੀ, ਅੰਮ੍ਰਿਤਸਰ ਸਰੋਵਰ ਦਾ ਇਸ਼ਨਾਨ ਤੇ ਗੁਰਬਾਣੀ ਦਾ ਸ਼ਬਦ ਦਾ ਵਿਚਾਰ ਕਰਨਾ ਹੈ। ਗੁਰ ਸਿੱਖਣ ਕੀ ਸੇਵਾ ਕਰੀਐ, ਤੇ ਗੁਰੂ ਦੀ ਮੱਤ ਪੱਲੇ ਪਾਉਣੀ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੀ ਹੈ। ਤਜ ਹੰਕਾਰ ਨਮਰਤਾ ਧਰੀਐ, ਤੇ ਹੰਕਾਰ ਨਹੀਂ ਕਦੇ ਕਰਨਾ, ਮਨ ਵਿੱਚ ਨਿਮਰਤਾ ਰੱਖਣੀ ਧਾਰਨੀ ਹੈ। ਜੇ ਸਤਿਗੁਰ ਤੀਸਰ ਪਤਸ਼ਾਹੂ, ਤੇ ਫਿਰ ਮਹਾਰਾਜ ਦੱਸਦੇ ਵੀ ਜਿਵੇਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਸੱਚੇ ਪਾਤਸ਼ਾਹ ਹਮਰੇ ਪਿਤਾ ਹਕਾਰੇ ਪਾਹੂ, ਵੀ ਸਾਡੇ ਪਿਤਾ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਦੇ ਪਾਸ ਇਹਨਾਂ ਨੇ ਗੋਇੰਦਵਾਲ ਸੱਦਿਆ ਸੀ। ਕਹਿਓ ਬਚਨ ਕਲ ਯੁਗ ਕੇ ਜੀਵ, ਤੇ ਸਾਡੇ ਪਿਤਾ ਨੂੰ ਸਾਡੇ ਨਾਨਾ ਸ਼੍ਰੀ ਧੰਨ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਜੀਆਂ ਬਚਨ ਆਖਿਆ ਸੀ ਕਿ ਹੇ ਰਾਮਦਾਸ ਜੀ
ਜਿਹੜੇ ਕਲਯੁਗ ਦੇ ਸਮੇਂ ਦੇ ਜਿੰਨੇ ਜੀਵ ਹਨ, ਸਗਰੀ ਸ਼ਕਤ ਬਿਹੀਨੇ ਥੀਵ। ਇਹ ਸਾਰੇ ਨਾ ਸ਼ਕਤੀ ਤੋਂ ਬਹੀਨੇ ਥੀਵ ਕਹੀਏ ਥਿਰੇ ਹੋਏ ਆ ਟਿਕੇ। ਭਾਵ ਵੀ ਇਹਦੇ 'ਚ ਸ਼ਕਤੀ ਸ਼ੁਕਤੀ ਕੋਈ ਬਹੁਤਾ ਬਲ ਨਹੀਂ ਹੈ, ਵਿਚਾਰੇ ਕਮਜ਼ੋਰੇ ਆ, ਥੋੜ੍ਹੀਆਂ ਉਮਰਾਂ ਹਨ, ਧੰਦਿਆਂ ਦੇ ਮਾਰੇ ਹੋਏ ਆ, ਚਿੰਤਾਵਾਂ ਦੇ ਮਾਰੇ, ਰੋਗਾਂ ਦੇ ਗ੍ਰਸੇ ਹੋਏ ਹੋਣਗੇ ਕਲਯੁਗ ਦੇ। ਇਕ ਤੋ ਭਈ ਆਰਜਾ ਛੋਟੀ। ਤੇ ਇੱਕ ਤਾਂ ਕਲਯੁਗ ਵਿੱਚ ਮਨੁੱਖਾਂ ਦੀ ਉਮਰਾਂ ਥੋੜ੍ਹੀ ਹੈ, ਛੋਟੀ ਉਮਰਾਂ ਹੈ। ਹੀਨ ਪਦਾਰਥ ਬੁੱਧੀ ਮੋਟੀ। ਤੇ ਦੂਜੀ ਗੱਲ ਮੱਤ ਇਹਨਾਂ ਦੀ ਮੋਟੀ ਹੈ। ਵੀ ਅੱਗੇ ਇੱਕ ਵਾਰੀ ਉਪਦੇਸ਼ ਸਾਧ ਸੰਗਤ ਜੀ ਕਿਸੇ ਨੂੰ ਦੇ ਦਈਏ ਸੀ ਨਾ ਪਿਛਲੇ ਯੁੱਗਾਂ ਵਿੱਚ, ਤੇ ਇੱਕ ਵਾਰੀ ਕੋਈ ਉਹਨੂੰ ਉਪਦੇਸ਼ ਦੇ ਦੇਵੇ ਤੇ ਉਹ ਗ੍ਰਹਿਣ ਕਰ ਲੈਂਦਾ ਸੀ। ਇੱਕ ਵਾਰੀ ਉਪਦੇਸ਼ ਨਾਲ ਉਹਦਾ ਉਧਾਰਾ ਹੋ ਜਾਂਦਾ ਸੀ। ਤੇ ਮਹਾਰਾਜ ਕਹਿੰਦੇ, ਹੇ ਰਾਮਦਾਸ ਜੀ, ਕਲਯੁਗ ਦਾ ਸਮਾਂ, ਇਹਨਾਂ ਦੀ ਬੁੱਧੀ ਮੋਟੀ ਹੈ ਤੇ ਪਦਾਰਥਾਂ ਦੇ ਪਿੱਛੇ ਲੱਗੀ ਹੋਈ ਹੈ। ਸਾਨੂੰ ਪਦਾਰਥ ਮਿਲ ਜਾਣ, ਪਦਾਰਥ ਮਿਲ ਜਾਣ। ਤੋ ਇਸ ਤਰ੍ਹਾਂ ਜਿਹੜੀ ਹੈ ਇਹਨਾਂ ਦੀ ਬੁੱਧੀ ਦਾ ਇਹ ਹਾਲ ਹੈ। ਕਰ ਨਾ ਸਕਹਿ ਸਭ ਤੀਰਥ ਮੱਜਨ। ਤੇ ਇਹ ਕਦੇ ਸਾਰੇ ਤੀਰਥ ਇਸ਼ਨਾਨ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਸਮਿਆਂ ਵਿੱਚ ਖਾਲਸਾ ਜੀ ਗੰਗਾ ਤੋਂ ਆਦਿਕ ਵੱਡੇ ਵੱਡੇ ਤੀਰਥ ਸਨ। ਜਿਵੇਂ ਮਹਾਰਾਜ ਨੇ ਬੌਲੀ ਸਾਹਿਬ ਵੀ ਤੀਰਥ ਲਵਾਇਆ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਨੂੰ ਆਖਿਆ ਕਿ ਹੇ ਰਾਮਦਾਸ ਜੀ, ਕਲਯੁਗ ਦੇ ਜੀਵਾਂ ਦੀ ਉਮਰ ਥੋੜ੍ਹੀ ਹੈ, ਬਹੁਤਾ ਜਾਪ ਤਪ ਨਹੀਂ ਕਰ ਸਕਦੇ, ਮੱਤ ਮੋਟੀ ਹੈ, ਇੱਕ ਵਾਰੀ ਇਹਨਾਂ ਨੂੰ ਸਿੱਖਿਆ ਸਮਝ ਨਹੀਂ ਆਉਂਦੀ। ਤੇ ਸਾਰੇ ਜਿਹੜੇ ਇਸ਼ਨਾਨ, ਤੀਰਥ ਦਾ ਇਸ਼ਨਾਨ ਨਹੀਂ ਕਰ ਸਕਦੇ, ਤੀਰਥ ਯਾਤਰਾ ਨਹੀਂ ਕਰ ਸਕਦੇ ਹੈ। ਵਿਧ ਸੋ ਦਾਨ ਦੇਹ ਨਹਿ ਸਵਜਨ। ਤੇ ਵਿਧੀ ਦੇ ਨਾਲ ਇਹਨਾਂ ਨੂੰ ਦਾਨ, ਨਾ ਵਿਧੀ ਨਾਲ ਦਾਨ ਵੀ ਨਹੀਂ ਦੇ ਸਕਦੇ, ਤੇ ਨਾ ਹੀ ਇਹ ਸ਼੍ਰੇਸ਼ਟ ਜਨਾਂ ਨੂੰ ਵਿਧੀ ਦੇ ਨਾਲ ਕੋਈ ਦਾਨ ਦੇ ਸਕਦੇ ਹੈ। ਦਾਨ ਦੇਣਾ ਇਹਨਾਂ ਨੂੰ ਆਉਂਦਾ ਨਹੀਂ ਹੈ। ਇਸ ਕਾਰਨ ਤੇ ਤੀਰਥ ਮਹਾ। ਤੇ ਇਸ ਕਰਕੇ ਜਿਹੜਾ ਮਹਾਨ ਕੋਈ ਵੱਡਾ ਤੀਰਥ ਹੈ। ਮਦਰ ਦੇਸ਼ ਮਹਿ ਰਚੀ ਹੈ ਇਹਾ। ਮਦਰ ਦੇਸ਼ ਕਈ ਪੰਜਾਬ ਦੇ ਵਿੱਚ ਮਾਝੇ ਦੀ ਧਰਤੀ ਤੇ ਕੋਈ ਬੜਾ ਵੱਡਾ ਮਹਾਨ ਤੀਰਥ ਰਚ ਦਿਓ, ਵੀ ਇਹ ਦੂਰ ਨਹੀਂ ਜਾਇਆ ਜਾਣਾ ਇਹਨਾਂ ਤੋਂ। ਤੇ ਕਲਯੁਗ ਦੇ ਜੀਵ ਐਸੇ ਹੀ ਹੈ ਭਾਈ, ਭਗਤੀ ਤੋਂ ਹੀਣੇ ਆ, ਮੋਟੀ ਮੱਤ ਵਾਲੇ ਆ, ਇਸ਼ਨਾਨ ਦਰਸ਼ਨ ਤੀਰਥਾਂ ਦੇ ਹੁੰਦੇ ਨਹੀਂ, ਇਹਨਾਂ ਤੋਂ ਧੰਦਿਆਂ ਵਿੱਚ ਫਸੇ ਹੋਏ ਆ। ਤੇ ਤੁਸੀਂ ਕੋਈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੋਹਣਾ ਵੱਡਾ ਤੀਰਥ ਥਾਪ ਦਿਓ। ਤੀਨ ਲੋਕ ਕੇ ਤੀਰਥ ਜੋਏ। ਤੇ ਜਿਹੜੇ ਤਿੰਨਾਂ ਲੋਕਾਂ ਦੇ ਤੀਰਥ ਹੋਣਗੇ ਨਾ, ਤਰਲੋਕੀ ਦੇ ਜਿੰਨੇ ਮਹਾਨ ਤੀਰਥ ਹਨ, ਸਭ ਕੋ ਫਲ ਇਸ਼ਨਾਨ ਤੇ ਹੋਏ। ਤੇ ਉਸ ਮਦਰ ਦੇਸ਼ ਵਿੱਚ ਭਾਵ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਦਾ ਫਲ ਤਰਲੋਕੀ ਦੇ ਤੀਰਥਾਂ ਦੇ ਬਰਾਬਰ ਹੋਵੇਗਾ। ਏਸੋ ਥਲ ਥੇ ਹੋ ਬਤਾਇਆ ਜਬੈ। ਤੇ ਸਾਨੂੰ ਸਾਡੇ ਪਿਤਾ ਨੂੰ, ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਗੁਰਪਿਤਾ ਜੀ ਨੂੰ ਆਹ ਥਾਂ ਦੀ ਨਿਸ਼ਾਨੀ ਦਿੱਤੀ ਸੀ, ਗੁਰੂ ਕੇ ਚੱਕ ਨਾਵੇਂ ਦੀ। ਹਮਰੇ ਪਿਤਾ ਖਨਾਇਆ ਤਬੈ। ਤੇ ਸਾਡੇ ਪਿਤਾ ਜੀ ਨੇ ਅੰਮ੍ਰਿਤਸਰ ਸਾਹਿਬ ਦਾ ਸਰੋਵਰ ਪਵਿੱਤਰ ਖਦਾਇਆ ਸੀ ਬੇਰੀਆਂ ਦੇ ਲਾਗੇ। ਸ਼੍ਰੀ ਅੰਮ੍ਰਿਤਸਰ ਰਾਖਿਓ ਨਾਮੂ। ਤੇ ਇੱਕ ਨਗਰ ਵਸਾਇਆ ਨਾਲ, ਤੇ ਸਰੋਵਰ ਦਾ ਨਾਮ ਅੰਮ੍ਰਿਤ ਸਰੋਵਰ ਰੱਖਿਆ ਸੀ। ਚਤੁਰ ਪਦਾਰਥ ਕੋ ਨਿਤ ਧਾਮੂ। ਤੇ ਜਿਹੜਾ ਚਾਰ ਪਦਾਰਥਾਂ ਦਾ ਸਦਾ ਘਰ ਬਣਿਆ ਹੋਇਆ, ਜਿੱਥੋਂ ਧਰਮ ਅਰਥ ਕਾਮ ਮੋਕਸ਼ ਪ੍ਰਾਪਤ ਹੁੰਦਾ ਹੈ। ਕਾਸ਼ੀ ਆਦਿਕ ਤੀਰਥ ਸਭੈ। ਜਿਹੜੇ ਕਾਂਸੀ ਤੋਂ ਲੈ ਕਰਕੇ ਹੋਰ ਜਿੰਨੇ ਤੀਰਥ ਹਨ, ਮਥੁਰਾ ਆਦਿਕ, ਇਸ ਕੀ ਸ਼ਰਨ ਰਹਿ ਪਰ ਅਬੈ। ਤੇ ਸਾਰੇ ਇਹਨਾਂ ਦੀ ਚਰਨ ਸ਼ਰਨ ਵਿੱਚ ਪਏ ਰਿਹਾ ਕਰਨਗੇ ਹੁਣ ਤੀਕਰ ਹੀ। ਵਰਤਹਿ ਕਾਲ ਕਲੀ ਕੋ ਘੋਰੈ। ਤੇ ਜਦੋਂ ਕਲਯੁਗ ਦਾ ਘੋਰ ਸਮਾਂ ਵਰਤੇਗਾ, ਕਿਸ ਕੀ ਹੱਤਿਆ ਨੋ ਕੋ ਨਹਿ ਛੋਰੈ। ਤੇ ਕਿਸੇ ਦੀ ਸੱਤਿਆ ਹੋਵੇ ਇੱਥੇ ਤੋ ਕਿਸੇ ਦੀ ਜਿਹੜੀ ਨਾ ਉਹ ਹੱਤਿਆ ਕੋ ਨਹਿ ਛੋਰੈ, ਕੋਈ ਕਿਸੇ ਦੀ ਹੱਤਿਆ, ਪਰ ਇੱਥੇ ਸੱਤਿਆ ਪਾਠ ਸੀ ਸਾਨੂੰ ਕਰਾਇਆ ਕਿ ਕਿਸੇ ਵਿੱਚ ਸੱਤਿਆ ਨਹੀਂ ਰਹੇਗੀ। ਸਾਰੇ ਆਪਣੀ ਸੱਤਿਆ ਭਾਵ ਤੀਰਥ ਜਿਹੜੇ ਸਾਰੀ ਸੱਤਿਆ ਆਪਦੀ ਨਾਸ਼ ਕਰ ਦੇਣਗੇ, ਗਵਾ ਬੈਠਣਗੇ। ਕਿਸੇ ਤੀਰਥ ਵਿੱਚ ਕਲਯੁਗ ਵਿੱਚ ਬਲ ਨਹੀਂ ਰਹੇਗਾ, ਕੋਈ ਤੀਰਥ ਦਾ ਇਸ਼ਨਾਨ ਫਲ ਨਹੀਂ ਦੇਵੇਗਾ। ਵਰਤ ਦਾਨ ਤਪ ਤੀਰਥ ਜੇਤੇ। ਤੇ ਜਿੰਨੇ ਵਰਤ ਕੀਤੇ ਹੋਣਗੇ, ਜਿੰਨੇ ਤੀਰਥਾਂ ਦੇ ਇਸ਼ਨਾਨ ਕੀਤੇ ਹੋਣਗੇ, ਦਾਨ ਕੀਤੇ ਹੋਣਗੇ, ਤਪ ਕੀਤੇ ਹੋਣਗੇ, ਕਰਹਿ ਨਿਵਾਸ ਇਸੀ ਮਹਿ ਤੇਤੇ। ਉਹ ਸਾਰੇ ਇੱਥੇ ਨਿਵਾਸ ਕਰਨਗੇ। ਭਾਵ ਅੰਮ੍ਰਿਤ ਸਰੋਵਰ ਵਿੱਚ ਤੀਰਥ ਦਾ ਇਸ਼ਨਾਨ ਦਾ ਫਲ ਤਾਂ ਮਿਲਣਾ ਹੀ ਹੈ, ਤਪ ਦਾ ਫਲ ਵੀ ਮਿਲੂ, ਦਾਨ ਦਾ ਫਲ ਵੀ ਮਿਲੂ, ਕੀਤੇ ਵਰਤਾਂ ਦਾ, ਸੰਜਮਾਂ ਦਾ ਫਲ ਮਿਲਿਆ ਕਰੇਗਾ।
ਜਗਤ ਨਾਥ ਇਹ ਹੋਏ ਵਿਸਾਲਾ। ਤੇ ਸਾਰੇ ਸੰਸਾਰ ਦਾ ਨਾਥ ਭਾਵ ਸੁਆਮੀ ਸਰੋਵਰ ਹੋਵੇਗਾ ਵੱਡਾ ਹੀ। ਗੰਗਾ ਲੋਪ ਹੋਏ ਜਿਸ ਕਾਲਾ। ਤੇ ਇਹ ਸਾਰਾ ਨਾਥ ਭਾਵ ਸੁਆਮੀ ਮੋਹਰੀ ਸਥਾਨ ਹੋਵੇਗਾ ਸਭ ਸੰਸਾਰ ਦਾ। ਗੰਗਾ ਤੋਂ ਆਦਿਕ ਜਦੋਂ ਇਹ ਵੱਡੇ ਤੀਰਥ ਸਾਰੇ ਗੰਗਾ ਵਰਗੇ ਆਪਦੀ ਸੱਤਿਆ ਗਵਾ ਦੇਣਗੇ ਤੇ ਨਾਸ਼ ਹੋ ਜਾਣਗੇ, ਅਲੋਪ ਹੋ ਜਾਵਣਗੇ। ਕੋਸਣ ਲਓ ਇਸਕੇ ਚੌਫੇਰੇ। ਤੇ ਕੋਸ ਕੋਸ ਤੱਕ ਇਹਦੇ ਚਾਰ ਚਫੇਰੇ ਹੀ। ਸੰਤ ਰਿਖਨ ਕੇ ਥਿਰ ਹਵੈਂ ਡੇਰੇ। ਵੱਡੇ ਵੱਡੇ ਸੰਤ ਰਿਸ਼ੀ ਮਹਾਂਪੁਰਸ਼ ਇਸ ਅੰਮ੍ਰਿਤਸਰ ਸਰੋਵਰ ਦੇ ਚਾਰ ਚਫੇਰੇ ਦੂਰ ਦੂਰ ਤੱਕ ਡੇਰੇ ਪਾ ਪਾ ਕੇ ਰਹਿਣਗੇ। ਹੁਣ ਸਾਧ ਸੰਗਤ ਜੀ ਆਪਾਂ ਨੂੰ ਭੇਦ ਨਹੀਂ, ਗਏ ਨਹੀਂ ਕਦੇ ਆਪਾਂ, ਪਰ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਜਿਹੜੀਆਂ ਪਾਸੇ ਪਰਿਕਰਮਾ ਇਹਦੇ ਨਾਲ ਨਾਲ ਬੇਅੰਤ ਡੇਰੇ ਹੈ। ਬਾਬਾ ਸ਼ਾਮ ਸਿੰਘ ਜੀਆਂ ਦਾ ਡੇਰਾ ਹੈ, ਸਤੋ ਕੀ ਗਲੀ ਭਾਈ ਮਣੀ ਸਿੰਘ ਮਹਾਂਪੁਰਸ਼ਾਂ ਦਾ ਸਥਾਨ ਹੈ। ਹੋਰ ਕਿੰਨੇ ਨਿਰਮਲੇ ਸਾਧੂਆਂ ਦੇ ਖਾਲਸਾ ਜੀ ਡੇਰੇ ਹੈ। ਬਾਬਾ ਸ਼੍ਰੀ ਚੰਦ ਸੰਪਰਦਾ ਉਦਾਸੀਨ ਦੇ ਕਿੰਨੇ ਡੇਰੇ ਹੈ। ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਉਹ ਕਿੰਨੇ ਬੁੰਗੇ ਆ ਉੱਥੇ। ਤੋ ਆ ਪਿੱਛੇ ਨਿਕਲਿਆ ਹੀ ਆ ਨਾ ਗਿਆਨੀਆਂ ਦਾ ਬੁੰਗਾ, ਜਿੱਥੇ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀ ਰਹਿ ਕੇ ਪੜ੍ਹਦੇ ਰਹੇ ਹੈ। ਸੰਤ ਸਿੰਘ ਜੀ ਤੋਂ ਆਦਿਕ ਭਾਈ ਗੁਰਮੁਖ ਸਿੰਘ ਜੀਆਂ ਦੇ ਰਹਿਸ਼ਾਂ ਨਿਕਲੀਆਂ ਉਹ ਖੁਦਾਈ ਵਿੱਚੋਂ। ਇਹ ਹਰਿਮੰਦਰ ਸਾਹਿਬ ਦੇ ਲਾਗੇ ਲਾਗੇ ਮਹਾਰਾਜ ਦਾ ਵਰਦਾਨ ਹੋਇਆ ਸੀ ਵੀ ਇਸ ਸਥਾਨ ਦੇ ਅੰਮ੍ਰਿਤ ਸਰੋਵਰ ਦੇ ਲਾਗੇ ਲਾਗੇ ਬੜੇ ਬੜੇ ਵੱਡੇ ਵੱਡੇ ਰਿਸ਼ੀ ਮੁਨੀ ਤਪੀ ਮਹਾਂਪੁਰਸ਼ ਰਿਹਾ ਕਰਨਗੇ। ਤੇ ਹੁਣ ਵੀ ਖਾਲਸਾ ਜੀ ਚਫੇਰੇ ਚਫੇਰੇ ਬੇਅੰਤ ਡੇਰੇ ਬਣੇ ਹੋਏ ਉਹਨਾਂ ਮਹਾਂਪੁਰਸ਼ਾਂ ਦੇ। ਬਹੁਤ ਬਾਬਾ ਸ਼ਾਮ ਸਿੰਘ ਜੀਆਂ ਵਰਗਿਆਂ ਖਾਲਸਾ ਜੀ ਮੇਰਾ ਖਿਆਲ ਦੱਸਦੇ 60 ਸਾਲ ਨਿਸ਼ਕਾਮ ਕੀਰਤਨ ਕੀਤਾ, ਬਿਨਾਂ ਭੇਟਾ ਤੋਂ ਬਿਨਾਂ ਇੱਛਾ ਤੋਂ ਪਰਿਕਰਮਾ ਵਿੱਚ ਬਹਿ ਬਹਿ ਕੇ 60 ਸਾਲ। ਇਹੋ ਜਿਹੇ ਬਾਬਾ ਸ਼ਾਮ ਸਿੰਘ ਜੀ ਵਰਗੇ ਅੰਮ੍ਰਿਤ ਵੇਲੇ ਜਦੋਂ ਦੇਗ ਬਣਦੀ ਹੈ ਇਹਨਾਂ ਦੇ ਪਹਿਲੀ ਬਾਲਟੀ ਦੇਗ ਦੀ ਬਾਬਾ ਸ਼ਾਮ ਸਿੰਘ ਦੇ ਡੇਰੇ ਆਉਂਦੀ ਹੈ ਅਜੇ ਵੀ ਹਰਿਮੰਦਰ ਸਾਹਿਬ ਤੋਂ। ਇਸ ਤਰ੍ਹਾਂ ਦੇ ਬੇਅੰਤ ਜਿਹੜੇ ਵੈ ਉਹ ਸਾਧੂ ਮਹਾਂਪੁਰਸ਼ ਇੱਥੇ ਹੋਏ ਆ। ਬਾਬਾ ਗੁਰਮੁਖ ਸਿੰਘ ਜੀ ਹੋਏ ਆ, ਹੋਰ ਬੇਅੰਤ ਖਾਲਸਾ ਜੀ ਮਹਾਂਪੁਰਖਾਂ ਦੇ ਸਥਾਨ ਉੱਥੇ ਬਣੇ ਹੋਏ ਆ। ਇਹ ਵਰਦਾਨ ਹੋਇਆ ਸੀ ਧੰਨ ਗੁਰੂ ਅਮਰਦਾਸ ਮਹਾਰਾਜ ਦਾ, ਗੁਰੂ ਰਾਮਦਾਸ ਮਹਾਰਾਜ ਨੂੰ, ਤੁਸੀਂ ਸਰੋਵਰ ਬਣਾਓ ਅੰਮ੍ਰਿਤ ਸਰੋਵਰ। ਇਹ ਜਿੱਥੇ ਸੁਲਤਾਨਵਿੰਡ ਹੈ, ਤੁੰਗ ਪਿੰਡ ਹੈ, ਇਹ ਗਿੱਲ ਵਾਲੀ ਹੈ, ਇਹਨਾਂ ਦੇ ਲਾਗੇ ਜੂਹ ਦੇ ਵਿੱਚ। ਤੇ ਇਹ ਸਥਾਨ ਇਹੋ ਜਿਹਾ ਹੋਵੇਗਾ ਕਲਯੁਗ ਦੇ ਵਿੱਚ ਜਦੋਂ ਕਿਸੇ ਤੀਰਥ ਦੇ ਇਸ਼ਨਾਨ ਕਰਿਆ, ਤੀਰਥ ਦਾ ਇਸ਼ਨਾਨ ਕਰਿਆ ਕੋਈ ਫਲ ਨਹੀਂ ਮਿਲਿਆ ਕਰੇਗਾ, ਕਲਯੁਗ ਵਿੱਚ ਵੀ ਇਹ ਤੀਰਥ ਫਲ ਦਿਆ ਕਰੇਗਾ। ਤੇ ਇਹਦੇ ਲਾਗੇ ਲਾਗੇ ਬੇਅੰਤ ਸਾਧੂ ਜਿਹੜੇ ਆ ਉਹ ਡੇਰੇ ਪਾ ਪਾ ਕੇ ਰਿਹਾ ਕਰਨਗੇ। ਹੁਣ ਖਾਲਸਾ ਜੀ ਕਿੰਨੇ ਸਾਧੂ ਕਿੰਨੇ ਟਰਸਟ ਚੱਲੀ ਜਾਂਦੇ ਆ ਲਾਗੇ ਲਾਗੇ। ਮਾਤਾ ਕੌਲਾਂ ਜੀ ਤੋਂ ਆਦਿਕ ਹੋਰ ਬੇਅੰਤ ਟਰਸਟ ਚੱਲ ਰਹੇ ਆ, ਕਿੰਨੀਆਂ ਸੁਸਾਇਟੀਆਂ ਸਭਾਵਾਂ ਚੱਲ ਰਹੀਆਂ ਹਨ। ਤਾਂ ਕਿੰਨੇ ਸਾਧੂ ਪੁਰਾਤਨਾਂ ਦੇ ਡੇਰੇ ਹੋ ਚੁੱਕੇ ਹੁਣ ਤੀਕਰ ਮੌਜੂਦ ਹੈ। ਭਾਈ ਸਾਲੋ ਜੀ ਵਰਗਿਆਂ ਦੇ ਟੋਭੇ, ਹੋਰ ਬੇਅੰਤ ਖਾਲਸਾ ਜੀ ਗੁਰਸਿੱਖਾਂ ਦੇ ਕਿੰਨੇ ਸਥਾਨ ਬਣੇ ਹੋਏ ਆ। ਤਾਂ ਗੁਰੂ ਰਾਮਦਾਸ ਮਹਾਰਾਜ ਨੂੰ ਵਰਦਾਨ ਕੀਤਾ ਸੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿ ਇਹ ਸਰੋਵਰ ਦੇ ਦੂਰ ਦੂਰ ਤੱਕ ਕਈ ਕੋ ਤੀਕਰ ਸਾਧੂ ਰਿਸ਼ੀ ਮਹਾਂਪੁਰਸ਼ ਡੇਰੇ ਪਾ ਪਾ ਕੇ ਰਿਹਾ ਕਰਨਗੇ। ਜਾਂ ਤੇ ਕਰਹਾ ਤਾਲ ਇਸ਼ਨਾਨ। ਤੇ ਇਸ ਕਰਕੇ ਜਦੋਂ ਫਿਰ ਇਸ ਪਾਵਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਇਸ ਕਰਕੇ ਭਾਈ ਇਸ ਪਵਿੱਤਰ ਸਰੋਵਰ ਦਾ ਤੁਹਾਨੂੰ ਇਸ਼ਨਾਨ ਕਰਨਾ ਚਾਹੀਦਾ ਭਾਈ ਪੈੜਾ ਜੀ। ਤੁਮਰੀ ਹੋਵੇਗੀ ਕਲਿਆਣ। ਜਿਸ ਕਰਕੇ ਤੁਹਾਡੀ ਕਲਿਆਣ ਹੋਵੇਗੀ ਭਾਈ ਪੈੜਾ ਛੱਜਲ ਜੀ, ਭਾਈ ਕੰਦੂ ਜੀ, ਤੁਸੀਂ ਇਸ ਪਵਿੱਤਰ ਸਰੋਵਰ ਦਾ ਇਸ਼ਨਾਨ ਕਰੋ ਜੇ ਚਾਹੁੰਦੇ ਹੋ ਨਾ ਸਾਡੀ ਕਲਿਆਣ ਹੋਵੇ। ਇਹ ਪਵਿੱਤਰ ਸਰੋਵਰ ਤੁਹਾਡੀ ਕਲਿਆਣ ਕਰੇਗਾ। ਗੁਰ ਪੂਰੇ ਕੇ ਸੁੰਦਰ ਬੈਨ। ਕਿਉਂਕਿ ਪੂਰੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੇ ਸੋਹਣੇ ਵਰਦਾਨ ਹੋਏ ਆ ਇਸ ਨੂੰ ਬਚਨ ਰੂਪ। ਸਿੱਖਣ ਸੁਨ ਮਨ ਉਪਜਿਓ ਚੈਨ। ਜਿਨ੍ਹਾਂ ਨੂੰ ਸੁਣ ਸੁਣ ਕੇ ਸਿੱਖਾਂ ਦੇ ਮਨ ਵਿੱਚ ਚੈਨ ਸ਼ਾਂਤੀ ਉਪਜਦੀ ਹੈ। ਮਹਿਮਾ ਸੁਣੀ ਸੁਧਾ ਸਰਕੇਰੀ। ਇਸ ਤਰ੍ਹਾਂ ਖਾਲਸਾ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਖਾਰ ਬਿੰਦ ਤੋਂ ਪਵਿੱਤਰ ਸਰੋਵਰ ਦੀ ਮਹਿਮਾ ਸੁਣ ਕਰਕੇ ਜੋ ਸਤ ਗੁਰ ਨਿਜ ਮੁਖ ਤੇ ਢੇਰੀ। ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਆਪਦੇ ਮੁਖੋਂ ਬੋਲ ਰਹੇ ਹੈ
ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਇਸ ਪਵਿੱਤਰ ਸਰੋਵਰ ਦੀ ਸ਼ੋਭਾ ਕਰ ਰਹੇ ਹਨ। ਕਹਿਤ ਭਏ ਸਤਿਗੁਰ ਧੰਨ ਧੰਨ। ਤੇ ਸੰਗਤਾਂ ਫਿਰ ਕਹਿੰਦੀਆਂ, ਹੇ ਗੁਰੂ ਅਰਜਨ ਦੇਵ ਮਹਾਰਾਜ ਆਪ ਧੰਨ ਹੋ, ਸੱਚੇ ਪਾਤਸ਼ਾਹ ਜੀ ਧੰਨ ਹੋ। ਕੀਨੋ ਹਮਾਰਾ ਸਫਲ ਜਨਮ। ਤੁਸਾਂ ਨੇ ਮਹਾਰਾਜ ਸਾਡਾ ਜਨਮ ਜਿਹੜਾ ਉਹ ਸਫਲਾ ਕਰ ਦਿੱਤਾ ਹੈ। ਕੇਤਿਕ ਦਿਨ ਰਹਿ ਸਤਿਗੁਰ ਪਾਸ। ਸੰਗਤਾਂ ਜਾਂ ਇਹ ਭਾਈ ਪੈੜਾ ਜੀ, ਭਾਈ ਕੰਦੂ ਜੀ ਆਦਿਕ ਸਿੱਖ ਜਿਹੜੇ ਕਈ ਦਿਨ ਮਹਾਰਾਜ ਦੇ ਘਰ ਰਹਿ ਕੇ ਸੇਵਾ ਕਰਦੇ ਆ। ਕਰੀ ਟਹਿਲ ਸਰ ਚਿਤ ਹੁਲਾਸ। ਤੇ ਸਰੋਵਰ ਦੀ ਸੇਵਾ, ਹਰਮੰਦਰ ਸਾਹਿਬ ਦੀ ਉਸਾਰੀ ਦੀ ਸੇਵਾ, ਹੋਰ ਬੇਅੰਤ ਪ੍ਰਕਾਰ ਲੰਗਰਾਂ ਦੀਆਂ ਸੇਵਾਵਾਂ, ਸੰਗਤਾਂ ਦੇ ਜੋੜੇ ਝਾੜਨੇ, ਝਾੜੂ ਪੋਚਾ, ਬੇਅੰਤ ਤਰ੍ਹਾਂ ਦੀ ਸੇਵਾ ਇਹ ਰਹਿ ਕੇ ਕਰਦੇ ਰਹੇ ਆ। ਗੁਰਬਾਣੀ ਸਿਉ ਪ੍ਰੇਮ ਲਗਾਈ। ਤੇ ਗੁਰਬਾਣੀ ਦੇ ਨਾਲ ਪ੍ਰੀਤੀ ਲਾਈ ਹੋਈ ਹੈ। ਕਰੀ ਸੇਵ ਸਿੱਖਣ ਅਧਿਕਾਈ। ਇਸ ਤਰ੍ਹਾਂ ਸਿੱਖਾਂ ਦੀ ਬਹੁਤੀ ਸੇਵਾ ਕਰਨ ਲੱਗੇ ਭਾਈ ਪੈੜਾ ਜੀ, ਭਾਈ ਕੰਦੂ ਜੀ ਵਰਗੇ। ਆਪਣੋ ਜਨਮ ਸਫਲ ਕਰ ਜਾਣੈ। ਤੇ ਆਪਦੇ ਜਨਮ ਨੂੰ ਸਫਲਾ ਕਰਕੇ ਜਾਣਿਆ, ਮਹਾਰਾਜ ਦੇ ਦਰ ਘਰ ਵਿੱਚ ਸੇਵਾ ਕੀਤੀ ਤੇ ਜਾਣਿਆ ਭਾਈ ਸਾਡਾ ਜਨਮ ਸਫਲ ਹੈ। ਅਸੀਂ ਆਏ ਸੰਸਾਰ ਤੇ ਸਫਲੇ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹ ਲੁੜਾਈਐ। ਇਸ ਤਰ੍ਹਾਂ ਜਾਣਿਆ ਹੈ। ਪੂਰਨ ਭਾਗ ਆਪਣੇ ਮਾਨੈ। ਤੇ ਆਪਦੇ ਭਾਗ ਵੱਡੇ ਮਾਨੇ, ਵੱਡੇ ਜਾਣੇ ਹਨ। ਪੁਨ ਸਤਿਗੁਰ ਕੀ ਆਗਿਆ ਧਾਰੀ। ਇਸ ਤੋਂ ਬਾਅਦ ਸੱਚੇ ਪਾਤਸ਼ਾਹ ਜੀਆਂ ਦੀ ਆਗਿਆ ਲੈ ਕਰਕੇ ਗਏ ਆਪਣੇ ਦੇਸ਼ ਮਝਾਰੀ। ਤੇ ਆਪੋ ਆਪਣੇ ਨਗਰਾਂ, ਦੇਸ਼ਾਂ, ਸ਼ਹਿਰਾਂ ਨੂੰ ਮੁੜ ਗਈਆਂ ਸੰਗਤਾਂ। ਭਾਈ ਪੈੜਾ ਜੀ ਮੁੜੇ, ਭਾਈ ਕੰਦੂ ਜੀ, ਹੋਰ ਨਾਲ ਆਈਆਂ ਸੰਗਤਾਂ ਮੁੜ ਗਈਆਂ ਹਨ। ਜਾਏ ਤਾਹਾਂ ਆਪਣੇ ਗ੍ਰਹਿ ਅੰਤਰ। ਤੇ ਆਪਦੇ ਘਰਾਂ ਵਿੱਚ ਜਾ ਕੇ ਪਿੰਡਾਂ ਦੇ ਵਿੱਚ ਗੁਰੂ ਗੁਰ ਜਾਪ ਜਪੈ ਸੋ ਨਿਰੰਤਰ। ਉਹ ਜਿਹੜਾ ਇੱਥੋਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਜਾਂਦਾ ਹੈ ਨਾ, ਸਰੋਵਰ ਦਾ ਇਸ਼ਨਾਨ ਕਰ ਜਾਂਦਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਜਿਹੜਾ ਕਰ ਜਾਂਦਾ ਹੈ, ਮਹਾਰਾਜ ਦੀ ਸਿੱਖਿਆ ਸੁਣ ਜਾਂਦਾ ਹੈ, ਉਹ ਘਰ ਜਾ ਕੇ ਫਿਰ ਵਾਹਿਗੁਰੂ 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 ਵਿੱਚ ਲਿਵ ਜੋੜਦਾ ਹੈ, ਨਾਮ ਜਪਦਾ ਹੈ। ਆਪਣੇ ਮੀਤ ਸੰਬੰਧੀ ਜੇਤੇ। ਤੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੁੰਦੇ, ਧੀਆਂ ਪੁੱਤਰ ਹੁੰਦੇ, ਆਂਢੀ ਗੁਆਂਢੀ, ਹੋਰ ਰਿਸ਼ਤੇ ਨਾਤੀ ਜੋ ਵੀ, ਜਥਾ ਜੋਗ ਉਪਦੇਸ਼ੇ ਤੇ ਤੇ ਉਹ ਅੱਗੇ ਫਿਰ ਉਹਨਾਂ ਨੂੰ ਵੀ ਉਪਦੇਸ਼ ਦਿੰਦੇ ਆ। ਭਾਵ ਸਾਧ ਸੰਗਤ ਜੀ ਫਿਰ ਜਦੋਂ ਆਪ ਤਰ ਜਾਂਦਾ ਨਾ ਕੋਈ, ਫਿਰ ਆਪ ਤਰੇ ਸਗਲੇ ਕੁਲ ਤਾਰੇ, ਫਿਰ ਦੂਜਿਆਂ ਨੂੰ ਵੀ ਪ੍ਰੇਰਦਾ, ਆਪ ਜਪਿਆ ਵਰਹ ਨਾਮ ਜਪਾਵੈ। ਆਪ ਵੀ ਜਪਦੇ ਗੁਰਮੁਖ ਨਾਮ, ਬ੍ਰਹਮ ਗਿਆਨੀ ਤਤ ਬੇਤੇ, ਸਤਿਗੁਰਾਂ ਦੇ ਦਰ ਘਰ ਦੇ ਸੇਵਕ ਸਿੱਖ ਆਪ ਨਾਮ ਜਪਦੇ, ਦੂਜਿਆਂ ਨੂੰ ਵੀ ਪ੍ਰੇਰਦੇ, ਆਓ ਭਾਈ ਤੂੰ ਗੁਰੂ ਘਰੇ ਪਹੁੰਚੋ, ਭਾਈ ਕਥਾ ਸੁਣੋ, ਗੁਰੂ ਘਰੇ ਪਹੁੰਚੋ, ਕੀਰਤਨ ਸੁਣੋ, ਨਾਮ ਜਪੋ, ਵੰਡ ਛਕੋ, ਕਿਰਤ ਕਰੋ ਭਾਈ। ਇਸ ਤਰ੍ਹਾਂ ਬੇਅੰਤ ਮਹਾਰਾਜ ਦੀ ਸਿੱਖਿਆ ਜਿਹੜੀ ਬੜੀ ਵੱਡੀ ਪਵਿੱਤਰ ਸਿੱਖਿਆ, ਉਹ ਹੋਰਾਂ ਨੂੰ ਵੀ ਦਿੰਦੇ ਆ। ਕਿਉਂਕਿ ਮਨ ਵਿੱਚ ਇੱਛਾ ਹੁੰਦੀ ਵੀ ਸਾਡਾ ਭਲਾ ਹੋਇਆ ਭਾਈ, ਸਾਰੇ ਹੀ ਲਾਹਾ ਲੈਣ, ਸਾਰੇ ਹੀ ਆਨੰਦ ਪ੍ਰਾਪਤ ਕਰਨ। ਇਹਨਾਂ ਦੇ ਜਿੰਨੇ ਰਿਸ਼ਤੇਦਾਰ ਹੈ, ਭਾਈ ਕੰਦੂ ਜੀ ਵਰਗਿਆਂ ਦੇ, ਭਾਈ ਪੈੜਾ ਜੀ ਵਰਗਿਆਂ ਦੇ, ਹੋਰ ਜਿਹੜੇ ਵੀ ਸਿੱਖ ਮਹਾਰਾਜ ਦੇ ਘਰੋਂ ਪਿੰਡ ਮੁੜ ਜਾਂਦੇ ਆ ਸੇਵਾ ਕਰਨ ਤੋਂ ਬਾਅਦ, ਆਪਣੇ ਰਿਸ਼ਤੇਦਾਰਾਂ, ਨਾਤੀਆਂ ਨੂੰ, ਧੀਆਂ ਪੁੱਤਰਾਂ, ਸਾਕ ਸੰਬੰਧੀਆਂ ਨੂੰ ਸ਼ੁਭ ਸਿੱਖਿਆ ਦਿੰਦੇ ਹਨ। ਗੁਰ ਸਰ ਮਹਿਮਾ ਅਧਿਕ ਬਤਾਈ। ਤੇ ਗੁਰੂ ਦੇ ਘਰ ਦੇ ਸਰੋਵਰ ਦੀ ਬੜੀ ਮਹਿਮਾ ਦੱਸਦੇ ਵੀ ਅੰਮ੍ਰਿਤਸਰ ਸਾਹਿਬ ਸਰੋਵਰ ਦੇ ਇਸ਼ਨਾਨ ਦੇ ਬੜੇ ਫਲ ਹੈ ਭਾਈ, ਜੋ ਇੱਛਾ ਕਰੀ ਉਹੀ ਪੂਰੀ ਹੁੰਦੀ, ਬੜੀ ਸ਼ੋਭਾ ਗਾਉਂਦੇ ਆ। ਸਤਿਗੁਰ ਸਿੱਖ ਭਏ ਅਧਿਕਾਈ। ਤੋ ਇਸ ਤਰ੍ਹਾਂ ਦਿਨ ਬਰ ਦਿਨ ਸਿੱਖ ਵਧਣ ਲੱਗੇ। ਅੰਮ੍ਰਿਤਸਰ ਸਾਹਿਬ ਵਿੱਚ ਸਰੋਵਰ ਹੁਣ ਨਵਾਂ ਨਗਰ ਜੋ ਬਣਿਆ, ਪਹਿਲਾਂ ਭੀੜ ਨਹੀਂ ਸੀ ਬਹੁਤੀ, ਕੋਈ ਸਿੱਖ ਆਉਂਦੇ ਸੀ ਜਾਣ ਪਛਾਣ ਵਾਲੇ। ਹੁਣ ਜਿਵੇਂ ਜਿਵੇਂ ਪਤਾ ਲੱਗਦਾ ਸੋਭਾ ਸਿੱਖਾਂ ਤੋਂ ਸਿੱਖ ਸੁਣਦੇ ਆ, ਤੇ ਦਿਨ ਪਰ ਦਿਨ ਬੜੀ ਭੀੜ ਰਹਿਣ ਲੱਗੀ ਹੈ। ਪ੍ਰਾਤੈ ਉਠ ਇਸ਼ਨਾਨ ਪੁਨ ਕਰੈ। ਤੇ ਅੰਮ੍ਰਿਤ ਵੇਲੇ ਜਿਹੜੇ ਆ ਸਿੱਖ ਉੱਠਦੇ ਇਸ਼ਨਾਨ ਕਰ ਲੈਂਦੇ ਆ। ਗੁਰੂ ਧਿਆਨ ਧਰ ਜਪ ਮੁਖ ਰਰੈ। ਤੇ ਗੁਰੂ ਦਾ ਧਿਆਨ ਧਰਦੇ ਆ, ਮੁਖੋਂ ਵਾਹਿਗੁਰੂ ਵਾਹਿਗੁਰੂ ਜਪਦੇ ਹਨ। ਕਿਰਤ ਧਰਮ ਕੀ ਬਹੁਰ ਸੰਭਾਰੈ। ਤੇ ਫਿਰ ਆਪਣੇ ਦਸਾਂ ਨੌਹਾਂ ਦੀ ਕਿਰਤ ਕਰਦੇ। ਪਹਿਲਾਂ ਅੰਮ੍ਰਿਤ ਵੇਲੇ ਉੱਠਦੇ ਆ, ਇਸ਼ਨਾਨ ਪਾਣ ਕਰਦੇ ਆ, ਫਿਰ ਨਾਮ ਜਪਦੇ, ਫਿਰ ਕੰਮ ਨੂੰ ਹੱਥ ਪਾਉਂਦੇ ਆ, ਫਿਰ ਕੋਈ ਕਾਰਜ ਕਰਦੇ ਹਨ। ਸਿੱਖ ਸੰਤ ਕੀ ਸੇਵਾ ਧਾਰੈ। ਤੇ ਕਿਸੇ ਸਿੱਖ ਦੀ, ਮਹਾਂਪੁਰਸ਼ ਦੀ, ਸੰਤਾਂ ਸਾਧੂਆਂ ਦੀ ਸੇਵਾ ਕਰਦੇ, ਭੁੱਖੇ ਨੂੰ ਪ੍ਰਸ਼ਾਦਾ, ਨਾਂਗੇ ਨੂੰ ਕੱਪੜਾ ਦਿੰਦੇ ਹਨ। ਜਹ ਕਹਿ ਸਿੱਖੀ ਮਾਰਗ ਤੋਰਾ। ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖਾਂ ਦੀ ਮਹਿਮਾ ਹੈ। ਸਿੱਖਾਂ
ਦੀ ਮਹਿਮਾ ਹੋ ਰਹੀ। ਗਰੀਬ ਨਵਾਜ ਨੇ ਇਹ ਸਿੱਖੀ ਰਾਹ ਤੋਰ ਦਿੱਤਾ ਚਾਰ ਚਫੇਰੇ। ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਜਿਹੜਾ ਵੀ ਸਿੱਖ ਸੱਜਦਾ ਹੈ, ਮਹਾਰਾਜ ਦੇ ਘਰੋਂ ਸਿੱਖਿਆ ਲੈਂਦਾ, ਉਹ ਜਾ ਕੇ ਬਹਿੰਦਾ ਥੋੜ੍ਹੀ ਹੈ, ਆਪ ਨਾਮ ਜਪਦਾ, ਦੂਜਿਆਂ ਨੂੰ ਪ੍ਰੇਰਦਾ ਹੈ ਅਤੇ ਘਰ ਵਿੱਚ ਲੰਗਰ ਥੋੜ੍ਹਾ ਜਿਹਾ ਲਾ ਹੀ ਰੱਖਦਾ ਹੈ। ਕੋਈ ਭੁੱਖਾ ਆਉਂਦਾ ਅਤੇ ਉਹਨੂੰ ਛਕਾ ਕੇ ਮੋੜਦਾ, ਖਾਲੀ ਨਹੀਂ ਮੋੜਦਾ। ਨਾਂਗੇ ਨੂੰ ਕੱਪੜਾ ਦਿੰਦੇ ਸਿੱਖ। ਇਸ ਤਰ੍ਹਾਂ ਦੀ ਰੀਤ ਮਰਿਆਦਾ ਜਿਹੜੀ ਹੈ ਨਾ, ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ੀ ਹੋਈ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਇਹ ਰੀਤ ਚੱਲੀ ਆਉਂਦੀ ਹੈ। ਅਤੇ ਹੁਣ ਸਾਧ ਸੰਗਤ ਜੀ ਆ, ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਹੀ ਹੋਣ ਕਰਕੇ ਅਤੇ ਇੱਥੇ ਨਹੀਂ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਪੰਜਾਬ ਦੀ ਧਰਤੀ 'ਤੇ ਭੁੱਖਾ ਸੁੱਤਾ। ਇਹ ਇਹੋ ਜਿਹੀ ਧਰਤੀ ਹੈ। ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਸਾਧ ਸੰਗਤ ਜੀ ਕੇਸਰੀ ਨਿਸ਼ਾਨ ਸਾਹਿਬ, ਨੀਲੇ ਨਿਸ਼ਾਨ ਸਾਹਿਬ ਝੂਲਦੇ, ਗੁਰੂ ਕੇ ਸਿੱਖਾਂ ਦੇ ਸਤਿਗੁਰਾਂ ਦੇ ਦਰ ਕਰਦੇ, ਉੱਥੇ ਸਾਧ ਸੰਗਤ ਜੀ ਕੋਈ ਖਾਲੀ ਨਹੀਂ ਮੁੜਦਾ। ਉੱਥੋਂ ਪ੍ਰਸ਼ਾਦਾ ਯਥਾ ਸ਼ਕਤ, ਵੱਡੀ ਜ਼ਰੂਰਤ ਪ੍ਰਸ਼ਾਦੇ ਦੀ ਹੁੰਦੀ, ਦੂਜੀ ਕੱਪੜੇ ਦੀ ਹੁੰਦੀ। ਪਹਿਲੀ ਜਿਹੜੀ ਲੋੜ ਉਹ ਪ੍ਰਸ਼ਾਦਾ। ਪ੍ਰਾਣ ਅੰਨ ਦੇ ਸਹਾਰੇ ਹੈ। ਜੇ ਅੰਨ ਨਾ ਹੋਵੇ ਤਾਂ ਪ੍ਰਾਣ ਨਿਕਲ ਜਾਂਦੇ ਹੈ। ਕੱਪੜੇ ਬਿਨਾਂ ਜ਼ਿੰਦਗੀ ਕੁਝ ਦਿਨ ਕੱਢੇ ਜਾ ਸਕਦੇ, ਅੰਨ ਬਿਨਾਂ ਨਹੀਂ ਨਿਕਲਦੇ। ਤੋ ਇਹ ਸੱਚੇ ਪਾਤਸ਼ਾਹ ਨੇ ਇਹੋ ਜਿਹੀ ਰੀਤ ਤੋਰੀ। ਹੁਣ ਤੀਕਰੀ ਖਾਲਸਾ ਜੀ ਕਿੰਨੀਆਂ ਮਰਜ਼ੀ ਆਫਤਾਂ ਆਉਣ, ਤੂਫਾਨ ਆਉਂਦੇ ਆ, ਭੁੱਖਮਰੀ ਪੈਂਦੀ, ਭੂਚਾਲ ਆਉਂਦੇ ਆ, ਅਤੇ ਗੁਰੂ ਕੇ ਸਿੱਖ ਉੱਥੇ ਹੀ ਜਾ ਕੇ ਪਹੁੰਚ ਕਰਕੇ ਲੰਗਰ ਲਾਉਂਦੇ ਆ। ਇਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਹਨ ਸਾਰੇ ਸਿੱਖ ਜਗਤ 'ਤੇ। ਤੋ ਇਸ ਤਰ੍ਹਾਂ ਮਹਾਰਾਜ ਨੇ ਸਿੱਖੀ ਦਾ ਸੋਹਣਾ ਰਸਤਾ ਤੋਰਿਆ ਹੈ। ਗੁਰੂ ਧਿਆਨ ਜਿਵ ਚੰਦ ਚਕੋਰਾ। ਤੇ ਸਿੱਖਾਂ ਦੇ ਧਿਆਨ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਤਰ੍ਹਾਂ ਰਹਿੰਦੇ ਹੈ ਜਿਵੇਂ ਚਕੋਰ ਦੇ ਧਿਆਨ ਵਿੱਚ ਚੰਦਰਮਾ ਰਹਿੰਦਾ ਹੈ। ਇਸ ਬਿਦ ਆਪਣੀ ਆਇਓ ਬਿਤਾਈ। ਤੇ ਇਸ ਤਰ੍ਹਾਂ ਇਹ ਭਾਈ ਪੈੜਾ ਜੀ ਵਰਗੇ, ਭਾਈ ਕੰਦੂ ਜੀ ਤੋਂ ਆਦਿ ਬੜੇ ਸਿੱਖਾਂ ਨੇ ਇਸ ਤਰ੍ਹਾਂ ਆਪਦੀ ਉਮਰ ਕੱਢੀ ਹੈ ਸਿੱਖੀ ਦੇ ਰਸਤੇ 'ਤੇ ਚੱਲ ਕੇ, ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਦਿਆਂ ਹੋਇਆਂ। ਪੈੜਾ ਕੰਦੂ ਗੁਰ ਸਿੱਖ ਭਾਈ। ਆ ਜਿਹੜੇ ਗੁਰਸਿੱਖ ਭਾਈ, ਗੁਰ ਭਾਈ ਹਨ, ਸਿੱਖ ਭਰਾ ਹਨ, ਭਾਈ ਪੈੜਾ ਜੀ, ਭਾਈ ਕੰਦੂ ਜੀ। ਅੰਤਰ ਸੁਧ ਸਰੂਪ ਹੋਏ ਗਏ। ਤੇ ਉਹਨਾਂ ਦੇ ਅੰਦਰ ਸੁੱਧ ਸਰੂਪ ਦੀ ਖਬਰ ਹੋ ਆਈ ਹੈ, ਭਾਵ ਨਿਜ ਆਤਮੇ ਦੀ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋਈ ਹੈ। ਗੁਰ ਚਰਨਨ ਮਨ ਨਿਸ਼ਚਾ ਠਏ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਚਰਨਾਂ ਦਾ ਭਰੋਸਾ ਮਨ ਵਿੱਚ ਧਾਰਿਆ ਹੈ। ਜੋ ਜੋ ਤਿਨ ਕੋ ਸੰਗੀ ਹੋਇਆ। ਤੇ ਜਿਨ੍ਹਾਂ ਜਿਨ੍ਹਾਂ ਨੇ ਭਾਈ ਪੈੜਾ ਜੀ, ਭਾਈ ਕੰਦੂ ਜੀ ਵਰਗਾਂ ਦੀ ਸੰਗਤ ਕੀਤੀ ਹੈ, ਭੋਗ ਮੋਖ ਤਿਨ ਸਗੁਰ ਜੋਇਆ। ਤੇ ਉਹ ਆਪ ਤਾਂ ਤਰੇ ਹੀ ਹੈ, ਨਾਲ ਬੜਿਆਂ ਨੂੰ ਤਾਰਿਆ। ਜਿਨ੍ਹਾਂ ਨੇ ਇਹਨਾਂ ਦੀ ਸੰਗਤ ਕੀਤੀ, ਇਹਨਾਂ ਦੋਵਾਂ ਪੁਰਸ਼ਾਂ ਦੀ, ਉਹਨਾਂ ਨੂੰ ਭੁਗਤੀਆਂ, ਮੁਕਤੀਆਂ, ਜੁਗਤੀਆਂ ਦੀ ਕੋਈ ਘਾਟ ਨਹੀਂ ਰਹੀ, ਸਭ ਨੇ ਵੇਖੀਆਂ ਲਈਆਂ ਹਨ। ਜੋ ਗੁਰ ਅਰਜਨ ਸ਼ਰਨ ਸਿਧਾਰਾ। ਤੋ ਕਵੀ ਜੀ ਕਹਿੰਦੇ, ਸਾਧ ਸੰਗਤ ਜੀ, ਹੈ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਮੁੱਕਦੀ ਗੱਲ ਹੈ ਵੀ ਜਿਹੜਾ ਜਿਹੜਾ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਗਿਆ ਹੈ, ਜਗਤ ਜਲਦ ਤੇ ਪਾਰ ਉਤਾਰਾ। ਸੱਚੇ ਪਾਤਸ਼ਾਹ ਨੇ ਉਸੇ ਦਾ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਉਧਾਰਾ ਕਰ ਦਿੱਤਾ ਹੈ। ਗੁਰੂ ਨਾਨਕ ਕੇ ਮਾਹੇ ਸਮਾਈ। ਤੇ ਜਿਹੜੇ ਮਹਾਰਾਜ ਦੇ ਚਰਨੀ ਪਏ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੇ ਆ, ਉਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਸਮਾ ਜਾਂਦੇ ਹਨ। ਜਨਮ ਮਰਨ ਕੀ ਤਰਾਸ ਮਿਟਾਈ। ਤੇ ਜੰਮਣ ਮਰਨ ਦਾ ਜਿਹੜਾ ਤਰਾਸ ਡਰ ਹੈ ਨਾ, ਉਹ ਨਾਸ਼ ਹੋ ਜਾਂਦਾ ਭਾਈ। ਗੁਰੂ ਅਰਜਨ ਦੇਵ ਮਹਾਰਾਜ ਕਿਸੇ ਨੂੰ ਖਾਲੀ ਨਹੀਂ ਮੋੜਦੇ। ਜੋ ਆਵੈ ਸੋ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਸਰਨ ਆਵੈ ਤਿਸ ਕੰਠ ਲਾਵੈ, ਉਹ ਬਿਰਧ ਸੁਆਮੀ ਸੰਦਾ। ਸਭ ਦੀਆਂ ਮਨੋਕਾਮਨਾਵਾਂ ਮਹਾਰਾਜ ਪੂਰੀਆਂ ਕਰਦੇ ਆ। ਜਿਹੜੇ ਜਿਹੜੇ ਅੰਮ੍ਰਿਤਸਰ ਸਾਹਿਬ ਦਾ ਇਸ਼ਨਾਨ ਕਰਦੇ ਆ, ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰ ਕਰਦੇ ਆ, ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਆਪਦੇ ਵਿੱਚ ਲੀਨ ਕਰ ਲੈਂਦੇ ਆ, ਭੇਦ ਕਰ ਲੈਂਦੇ ਆ, ਅਤੇ ਫਿਰ ਜੰਮਣ ਮਰਨ ਦੀ ਸਾਰੀ ਖੇਡ ਮੁੱਕ ਜਾਂਦੀ ਹੈ। ਇਹ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਦਾ, ਅੰਮ੍ਰਿਤਸਰ ਸਾਹਿਬ ਦੇ ਇਸ਼ਨਾਨ ਦਾ ਖਾਲਸਾ ਜੀ ਆਪਾਂ ਫਲ ਅੱਜ ਦੇ ਦੀ ਬਾਣ ਵਿੱਚ ਸੁਣਿਆ ਵਿਚਾਰਿਆ। ਆਓ ਜੀ ਕਿ ਹਿਰਦੇ ਵਸੇ ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਜੋ ਗੁਰ ਅਰਜਨ ਸ਼ਰਨ ਸਿਧਾਰਾ, ਜਗਤ ਜਲਦ ਤੇ ਪਾਰ ਉਤਾਰਾ। ਗੁਰ ਨਾਨਕ ਕੇ ਮਾਹੇ ਸਮਾਈ,
ਜਨਮ ਮਰਨ ਕੀ ਤਰਾਸ ਮਿਟਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ। ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਦਾਨ ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੁਣਹੁ ਸੋ ਸਿੰਘ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।